ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਤਿਹ ਐਡੂਕਾਮ ਤੇ ਤੁਹਾਡਾ ਸਵਾਗਤ ਆ। ਮੈਂ ਹਾਂ ਨਵਨੀਤ। ਸੋ ਜਿਵੇਂ ਕਿ ਮੈਂ ਟੈਲੀਗ੍ਰਾਮ ਦੇ ਉੱਤੇ ਟੈਸਟ ਮੌਕ ਟੈਸਟ ਪੋਸਟ ਕਰ ਦਿੱਤਾ ਸੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ, ਟੈਲੀਗ੍ਰਾਮ ਫਤਿਹ ਐਡੂਕਾਮ ਤੇ ਸਰਚ ਕਰ ਲਿਓ, ਠੀਕ ਹੈ। ਉੱਤੇ ਇਹ ਟੈਸਟ ਦਾ PDF ਅਪਲੋਡਡ ਆ, ਠੀਕ ਹੈ। ਤੇ ਤੁਸੀਂ ਇੱਕ ਵਾਰੀ ਟਰਾਈ ਕਰਿਓ ਖੁਦ ਉਹਨੂੰ ਸੋਲਵ ਕਰਨ ਦੀ। ਉਸ ਤੋਂ ਬਾਅਦ ਦੇਖਿਓ ਕਿ ਤੁਹਾਡੇ ਕਿੰਨੇ ਮਾਰਕਸ ਬਣਦੇ ਆ। ਰੀਸੈਂਟ ਜਿਹੜੇ ਮਤਲਬ ਇਸ ਸਾਲ ਦੇ ਕਰੰਟ ਅਫੇਅਰਸ ਨੇ, ਉਹਦੇ ਵਿੱਚ ਮੈਂ ਟੋਟਲ ਜਿਹੜਾ ਤੁਹਾਨੂੰ ਜਨਵਰੀ ਤੋਂ ਲੈ ਕੇ ਤੇ ਆਪਣਾ ਸਤੰਬਰ ਤੱਕ ਦੇ 9 ਕਰੰਟ ਅਫੇਅਰਸ ਦੇ ਟੈਸਟ ਜਿਹੜੇ ਆ ਮੈਂ ਤਿਆਰ ਕਰ ਚੁੱਕੀ ਹਾਂ, ਜਿਹੜੇ ਕਿ ਮੈਂ ਤੁਹਾਨੂੰ ਡੇ ਵਾਈਜ਼ ਆਲਟਰਨੇਟਿਵਲੀ ਪਾਈ ਜਾਊਂਗੀ, ਠੀਕ ਹੈ, ਇੱਕ ਦਿਨ ਛੱਡ ਕੇ। ਐਂਡ ਤੁਸੀਂ ਕੀ ਕਰਨਾ ਆ, ਉਹਦਾ ਜਿਹੜਾ ਆਪਣਾ ਪਹਿਲਾਂ ਤਾਂ ਤੁਸੀਂ ਇਹਨੂੰ ਖੁਦ ਸੋਲਵ ਕਰਿਓ। ਐਂਡ ਉਸ ਤੋਂ ਬਾਅਦ ਜਿਹੜਾ ਆ YouTube ਤੇ ਆ ਕੇ ਦੇ ਸੋਲਿਊਸ਼ਨਸ ਜਿਹੜੇ ਆ ਤੁਸੀਂ ਟੈਲੀ ਕਰਕੇ ਆਪਣੇ ਨੰਬਰ ਜਿਹੜੇ ਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ। ਐਂਡ ਆਉਣ ਵਾਲੇ ਜਿੰਨੇ ਵੀ ਐਗਜ਼ਾਮਸ ਨੇ, ਦੇਖੋ ਜਿਹੜੇ ਮੰਥਲੀ ਕਰੰਟ ਅਫੇਅਰਸ ਮੈਂ ਕਰਾਉਂਦੀ ਹਾਂ, ਉਹਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੈਨੂੰ ਲੱਗਦਾ ਹੈ ਕਿ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਸਿਰਫ ਉਹੀ ਕੁਐਸਚਨਸ ਮੈਂ ਇਹਦੇ ਵਿੱਚ ਪਾਏ ਹੋਏ ਆ, ਠੀਕ ਹੈ। ਸੋ ਸਪੋਰਟਸ, ਸਿਨੇਮਾ, ਲਿਟਰੇਚਰ, ਪੋਲਿਟੀ ਇਸ਼ੂ, ਇਕੋਨਮੀ ਇਸ਼ੂ, ਸਾਇੰਸ ਐਂਡ ਟੈਕਨੋਲੋਜੀ, ਇਨਵਾਇਰਨਮੈਂਟ, ਸਾਰੇ ਹੀ ਟੌਪਿਕਸ ਇਹਦੇ ਵਿੱਚ ਜਿਹੜੇ ਆ ਤੁਹਾਨੂੰ ਕਵਰਡ ਮਿਲਣਗੇ, ਠੀਕ ਹੈ। ਸੋ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈਗਾ ਆ ਉਹ ਹੈਗਾ ਆ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਐਂਡ ਆਇਡੈਂਟੀਫਾਈ ਇਨਕਰੈਕਟ। ਹੁਣ ਦੇਖੋ ਇਹਦੇ ਵਿੱਚ ਇਨਕਰੈਕਟ ਸਟੇਟਮੈਂਟ, ਪਹਿਲਾਂ ਤਾਂ ਇਹ ਕੁਐਸਚਨ ਜਿਹੜਾ ਬਹੁਤ ਧਿਆਨ ਨਾਲ ਪੜ੍ਹਨਾ ਆ, ਰਾਈਟ। ਆਪਾਂ ਕਾਹਲੀ ਨਹੀਂ ਕਰਨੀ ਉਹਦੇ ਵਿੱਚ। ਜੇਕਰ ਸਾਨੂੰ ਦੋਵੇਂ ਸਟੇਟਮੈਂਟਸ ਦਿਖ ਰਹੀਆਂ, ਦੋਵੇਂ ਸਟੇਟਮੈਂਟਸ ਹੋ ਸਕਦਾ ਸਹੀ ਹੋਣ ਤੇ ਆਪਾਂ ਉੱਤੇ ਪੜ੍ਹਿਆ ਹੀ ਨਾ ਹੋਵੇ ਕਿ ਇਨਕਰੈਕਟ ਲਿਖਿਆ ਤੇ ਆਪਣਾ ਕੁਐਸਚਨ ਗਲਤ ਹੋ ਜਾਊਗਾ। ਸੋ ਪਹਿਲੀ ਸਟੇਟਮੈਂਟ ਹੈਗੀ ਹੈ ਕਿ ਇੰਡੀਆ ਜਿਹੜਾ ਆ ਉਹ ਤਰੰਗ ਸ਼ਕਤੀ ਹੋਸਟ ਕਰਨ ਜਾ ਰਿਹਾ ਤਮਿਲਨਾਡੂ ਤੇ ਰਾਜਸਥਾਨ ਦੇ ਵਿੱਚ। ਦੂਸਰਾ ਹੈਗਾ ਕਿ ਇੰਡੀਆ ਦੀ ਪਹਿਲੀ ਮਲਟੀਨੈਸ਼ਨਲ ਮੀਨਸ ਕਿ ਇਹਦੇ ਵਿੱਚ ਬਹੁਤ ਸਾਰੀਆਂ ਕੰਟਰੀਜ਼ ਇਨਵੋਲਡ ਆ ਤੇ 에ਅਰ ਐਕਸਰਸਾਈਜ਼ ਆ, ਠੀਕ ਹੈ। ਸੋ ਦੋਨੋਂ ਹੀ ਸਟੇਟਮੈਂਟਸ ਜਿਹੜੀਆਂ ਨੇ ਕਰੈਕਟ ਆ, ਬਟ ਇੱਥੇ ਉਹਨੇ ਸਾਨੂੰ ਕੀ ਕਿਹਾ ਆ, ਇਨਕਰੈਕਟ ਫਾਈਂਡ ਕਰਨ ਲਈ। ਸੋ ਇਹਦੇ ਵਿੱਚ ਆਪਸ਼ਨ ਕੀ ਆਊਗੀ, ਕਰੈਕਟ ਆਪਸ਼ਨ ਡੀ, ਕਿ ਕੋਈ ਵੀ ਸਟੇਟਮੈਂਟ ਜਿਹੜੀ ਆ ਇਨਕਰੈਕਟ ਨਹੀਂ ਆ। ਨੈਕਸਟ ਕੁਐਸਚਨ ਹੈਗਾ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਐਂਡ ਆਇਡੈਂਟੀਫਾਈ ਕਰੈਕਟ ਵਨ। ਸੋ ਆਪਾਂ ਇਹਦੇ ਵਿੱਚ ਕਰੈਕਟ ਸਟੇਟਮੈਂਟ ਜਿਹੜੀ ਉਹਨੂੰ ਟਿਕ ਕਰਨਾ ਆ। ਸੋ ਪਹਿਲੀ ਸਟੇਟਮੈਂਟ ਹੈਗੀ ਹੈ, ਰੀਸੈਂਟਲੀ ਵਿਮਨ ਐਂਟਰਪ੍ਰੀਨਿਓਰਸ਼ਿਪ ਪ੍ਰੋਗਰਾਮ ਹੈਜ਼ ਬੀਨ ਲਾਂਚਡ ਬਾਈ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ। ਸੋ ਇਹ ਪ੍ਰੋਗਰਾਮ ਜਿਹੜਾ NSDC ਵੱਲੋਂ ਲਾਂਚ ਕੀਤਾ ਗਿਆ ਆ। NSDC ਨੇ ਨੈਸ਼ਨਲ ਇੰਸਟੀਟਿਊਟ ਫਾਰ ਐਂਟਰਪ੍ਰੀਨਿਓਰਸ਼ਿਪ ਐਂਡ ਸਮਾਲ ਬਿਜ਼ਨਸ ਡਿਵੈਲਪਮੈਂਟ ਦੇ ਨਾਲ ਮਿਲ ਕੇ ਜਿਹੜਾ ਆ ਫ੍ਰੀ ਆਨਲਾਈਨ ਸੈਲਫ ਲਰਨਿੰਗ ਐਂਟਰਪ੍ਰੀਨਿਓਰਸ਼ਿਪ ਕੋਰਸਿਸ ਜਿਹੜੇ ਆ ਸਕਿੱਲ ਇੰਡੀਆ ਡਿਜੀਟਲ ਹੱਬ ਦੇ ਥਰੂ ਆਫਰ ਕਰ ਰਿਹਾ ਆ। ਐਂਡ NSDC ਦੀ ਅਗਰ ਗੱਲ ਕਰੀਏ ਤੇ ਨਾਟ ਫॉर ਪ੍ਰੋਫਿਟ ਪਬਲਿਕ ਜਾਂ ਪ੍ਰਾਈਵੇਟ ਲਿਮਿਟਿਡ ਕੰਪਨੀ ਹੈ, ਠੀਕ ਹੈ। ਹੁਣ ਇਹਦੇ ਵਿੱਚ ਪਹਿਲੀਆਂ ਦੋ ਸਟੇਟਮੈਂਟਸ ਬਿਲਕੁਲ ਸਹੀ ਆ, ਬਟ ਆ ਜਿਹੜੀ ਥਰਡ ਸਟੇਟਮੈਂਟ ਆ ਇਹਦੇ ਵਿੱਚ ਆ ਗਲਤ ਆ ਕਿ ਪ੍ਰਾਈਵੇਟ ਲਿਮਿਟਿਡ ਆ, ਇਹ ਪਬਲਿਕ ਲਿਮਿਟਿਡ ਕੰਪਨੀ ਆ, ਠੀਕ ਹੈ ਜੀ। ਸੋ ਆਪਣੀਆਂ ਇਹਦੇ ਵਿੱਚ ਆਪਾਂ ਦੋ ਕਰੈਕਟ ਸਟੇਟਮੈਂਟ ਜਿਹੜੀਆਂ ਨਿਕਲ ਕੇ ਆਉਂਦੀਆਂ, ਪਹਿਲੀ ਤੇ ਦੂਸਰੀ। ਤੀਸਰੀ ਜਿਹੜੀ ਹੈ ਗਲਤ ਆ। ਸੋ ਆਪਸ਼ਨ ਕੀ ਆ ਜਾਏਗੀ, A। ਨੈਕਸਟ ਹੈ ਵਰਲਡ ਵਾਈਡ ਵੈਬ ਡੇ, WWW ਜਿਹਨੂੰ ਆਪਾਂ ਕਹਿ ਦਿੰਦੇ ਆ। ਸੋ ਇਟ ਵਾਜ਼ ਕੀ ਉਹਨੂੰ ਕਹਿੰਦੇ ਆ, ਇਨਵੈਂਟਡ ਔਨ 1 ਅਗਸਤ। ਸੋ ਇਸ ਕਰਕੇ ਵਰਲਡ ਵਾਈਡ ਵੈਬ ਡੇ ਵੀ ਆਪਾਂ ਜਿਹੜਾ 1 ਅਗਸਤ ਨੂੰ ਮਨਾਉਂਦੇ ਆ। ਨੈਕਸਟ ਹੈ ਰੀਸੈਂਟਲੀ ਕਿਹੜੇ ਇਨਸਾਨ ਨੇ ਜਿਹੜਾ ਆ ਇੰਡੀਆ ਦਾ 3rd ਮੈਡਲ ਜਿਹੜਾ ਹੈ ਹਾਸਿਲ ਕੀਤਾ ਆ। ਸੋ ਪੈਰਿਸ ਓਲੰਪਿਕਸ ਜਿਹੜੀਆਂ ਹੋਈਆਂ ਸੀਗੀਆਂ, ਸੋ ਉਹਦੇ ਰਿਲੇਟਿਡ ਕੁਐਸਚਨ ਆ। ਸੋ ਪੈਰਿਸ ਓਲੰਪਿਕਸ ਦੇ ਵਿੱਚ ਟੋਟਲ ਇੰਡੀਆ ਨੇ ਕਿੰਨੇ ਮੈਡਲ ਲਏ, ਕਿਹੜੀ ਫੀਲਡ ਦੇ ਵਿੱਚ ਕਿਹੜਾ ਲਿਆ, ਉਹਦੇ ਲਈ ਮੈਂ ਇੱਕ ਸੈਪਰੇਟ ਜਿਹੜਾ ਸ਼ਾਰਟਸ ਦੇ ਵਿੱਚ ਬਣਾਇਆ ਹੋਇਆ, ਤੁਸੀਂ ਜ਼ਰੂਰ ਦੇਖ ਲਿਓ। ਉਹ 'ਚੋਂ ਇੱਕ ਅੱਧਾ ਕੁਐਸਚਨ ਤੇ ਆ ਹੀ ਸਕਦਾ ਆ। ਸੋ ਇਹ 'ਚ ਬ੍ਰੌਂਜ਼ ਜਿੱਤਿਆ ਸੀ 50 ਮੀਟਰ ਰਾਈਫਲ 3 ਪੋਜੀਸ਼ਨਸ ਇਵੈਂਟ ਦੇ ਵਿੱਚ ਸਵਪਨਿੰਗ ਕੌਸ਼ਲ ਨੇ, ਠੀਕ ਹੈ। ਸੋ ਆਪਸ਼ਨ ਇਜ਼ C। ਨੈਕਸਟ ਹੈ ਰੀਸੈਂਟਲੀ ਅਸ਼ਵਨੀ ਪੋਨੱਪਾ। ਸੋ ਅਸ਼ਵਨੀ ਪੋਨੱਪਾ ਨੇ ਜਿਹੜਾ ਆ ਆਪਣੇ ਓਲੰਪਿਕ ਕਰੀਅਰ ਨੂੰ ਜਿਹੜਾ ਫੇਅਰਵੈਲ ਅਨਾਊਂਸ ਕੀਤੀ ਹੈ, ਠੀਕ ਹੈ, ਐਟ ਪੈਰਿਸ ਗੇਮਸ ਜਿਹੜੀਆਂ ਹੋਈਆਂ ਉੱਥੇ। ਸੋ ਇਹ ਅਸ਼ਵਨੀ ਪੋਨੱਪਾ ਜਿਹੜੇ ਆ ਕਿਡਸ ਸਪੋਰਟਸ ਐਕਟੀਵਿਟੀ ਦੇ ਨਾਲ ਇਹਨਾਂ ਦਾ ਜਿਹੜਾ ਆ ਲਿੰਕ ਆ। ਸੋ ਇਹਨਾਂ ਦਾ ਲਿੰਕ ਹੈਗਾ ਆ ਬੈਡਮਿੰਟਨ ਦੇ ਨਾਲ, ਅਸ਼ਵਨੀ ਪੋਨੱਪਾ। ਸੋ ਇਹ ਬਹੁਤ ਵਾਰੀ ਇੱਕ ਤਾਂ ਜਿਹੜੇ ਪਲੇਅਰਸ ਨੇ ਉਹਨਾਂ ਦਾ ਨਾਮ ਲਿਖ ਦਿੰਦੇ ਨੇ ਕਿ ਉਹਨਾਂ ਦੀ ਸਪੋਰਟ ਕਿਹੜੀ ਆ, ਇਹ ਪੁੱਛ ਲੈਂਦੇ ਨੇ, ਜਾਂ ਫਿਰ ਇਹ ਵੀ ਪੁੱਛ ਲੈਂਦੇ ਨੇ ਕਿ ਉਹਨਾਂ ਦੀ ਕੰਟਰੀ ਕਿਹੜੀ ਆ, ਠੀਕ ਹੈ। ਨੈਕਸਟ ਆ ਹੁਣ ਆ ਜਿਹੜਾ ਕੁਐਸਚਨ ਮੈਂ ਤੁਹਾਨੂੰ ਪਾਇਆ ਆ। ਸੋ ਰੀਸੈਂਟਲੀ ਅਗਰ ਤੁਸੀਂ ਐਗਜ਼ਾਮਸ ਦੇ ਪੈਟਰਨ ਦੇਖੋ, ਚਾਹੇ PPSC ਦਾ ਚੁੱਕ ਕੇ ਦੇਖ ਲਓ, ਚਾਹੇ PSSB ਦਾ ਚੁੱਕ ਕੇ ਦੇਖ ਲਓ। ਸੋ ਇਸ ਫਾਰਮੈਟ ਦੇ ਵਿੱਚ ਕੁਐਸਚਨਸ ਜਿਹੜੇ ਆ ਪੁੱਛੇ ਜਾ ਰਹੇ ਨੇ, ਸਪੈਸ਼ਲੀ ਗਰੁੱਪ B ਦੇ ਵਿੱਚ ਤੇ ਗਰੁੱਪ A ਦੇ ਵਿੱਚ, ਠੀਕ ਹੈ। ਸੋ ਸਭ ਤੋਂ ਪਹਿਲਾਂ ਹੈਗਾ ਆ, ਮਤਲਬ ਤੁਹਾਨੂੰ ਕੁਝ ਸਟੇਟਮੈਂਟਸ ਦੱਸ ਦੇਣਗੇ ਤੇ ਉਹਦੇ ਨੀਚੇ ਜਿਹੜਾ ਆ ਆਪਸ਼ਨਸ ਦੇ ਦੇਣਗੇ। ਵੈਸੇ ਤਾਂ ਇਹ ਤੁਹਾਨੂੰ ਤਿੰਨਾਂ 'ਚੋਂ ਅਗਰ ਇੱਕ ਵੀ ਮਾੜਾ ਮੋਟਾ ਵੀ ਅੰਦਾਜ਼ਾ ਹੋ ਜੇ ਤੇ ਤੁਹਾਡਾ ਆਪਸ਼ਨ ਜਿਹੜੀ ਕਰੈਕਟ ਹੋ ਜਾਏਗੀ, ਠੀਕ ਹੈ। ਹੁਣ ਹੋਮ ਰੂਲ ਲੀਗ ਜਿਹੜੀ ਹੈ ਬੇਲਗਾਵੀ ਅਪ੍ਰੈਲ 1916 ਦੇ ਵਿੱਚ ਜਿਹੜੀ ਆ ਲਾਂਚ ਕੀਤੀ ਸੀਗੀ ਬਾਲ ਗੰਗਾਧਰ ਤਿਲਕ ਨੇ। ਆਪਾਂ ਨੂੰ ਪਤਾ ਐਨੀ ਬੀਸੈਂਟ ਤੇ ਬਾਲ ਗੰਗਾਧਰ ਤਿਲਕ ਨੇ ਲਾਂਚ ਕੀਤੀ ਸੀ ਹੋਮ ਰੂਲ ਲੀਗ ਮੂਵਮੈਂਟ, ਹੈ ਨਾ।
ਬਟ ਉਹ ਦੋਵਾਂ ਦੇ ਏਰੀਆਜ਼ ਡਿਫਰੈਂਟ ਸੀ। ਇਸ ਤੋਂ ਇਲਾਵਾ ਸਾਨੂੰ ਪਤਾ ਹੈ ਕਿ ਕੇਸਰੀ ਜਿਹੜਾ ਮਰਾਠੀ ਲੈਂਗੁਏਜ ਦੇ ਵਿੱਚ ਤੇ ਮਰਾਠਾ ਜਿਹੜਾ ਇੰਗਲਿਸ਼ ਲੈਂਗੁਏਜ ਦੇ ਵਿੱਚ ਨਿਊਜ਼ਪੇਪਰ ਵੀ ਬਾਲ ਗੰਗਾਧਰ ਤਿਲਕ ਨੇ ਫਾਊਂਡ ਕੀਤਾ ਸੀ। ਤੀਸਰਾ ਉਹਨਾਂ ਨੇ ਗੀਤਾ ਰਹੱਸੇ ਕੰਪੋਜ਼ ਕੀਤਾ ਸੀ। ਸੋ ਦਾ ਕਰੈਕਟ ਆਨਸਰ ਇਜ਼ ਆਪਸ਼ਨ ਬੀ। ਨੈਕਸਟ ਆ ਰੀਸੈਂਟਲੀ ਨਿਊਜ਼ ਦੇ ਵਿੱਚ ਆ ਵੈਨਾਕਰਾਈ ਨਾਟ ਪੇਟਿਆ। ਸੋ ਇਹ ਐਗਜ਼ਾਮਪਲਸ ਹੈਗੇ ਨੇ ਰੈਂਸਮਵੇਅਰ ਹੁੰਦਾ ਜਿਹਦੇ ਵਿੱਚ ਤੁਹਾਡੀ ਜਿਹੜੀ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਆ ਉਹ ਹੈਕਰਸ ਹੈਕ ਕਰਕੇ ਤੁਹਾਡੇ ਕੋਲ ਇਨ ਰਿਟਰਨ ਪੈਸੇ ਮੰਗਦੇ ਆ, ਠੀਕ ਆ। Next are recently who can officially designate certain groups as scheduled caste in any state or union territory। देखो ਇਹ ਜਿਹੜਾ ਆ ਇਹ ਆਪਣੇ ਇੰਡੀਅਨ ਕਨਸਟੀਟਿਊਸ਼ਨ ਦੇ ਆਰਟੀਕਲ 341 ਸਬ ਸੈਕਸ਼ਨ 1 ਦੇ ਅੰਡਰ ਡਿਫਾਈਨਡ ਹੈ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੇ ਆ ਉਹ ਕਿਸੇ ਵੀ ਗਰੁੱਪ ਨੂੰ ਐਸਸੀ ਕੈਟਾਗਰੀ ਡਿਕਲੇਅਰ ਕਰ ਸਕਦੇ ਆ ਕਿਸੇ ਵੀ ਸਟੇਟ ਜਾਂ ਯੂਟੀ ਦੇ ਵਿੱਚ, ਠੀਕ ਹੈ। ਸੋ ਆਨਸਰ ਇਜ਼ ਏ। ਨੈਕਸਟ ਆ recently which astronauts have been selected by India for the upcoming Axiom 4 mission। so Axiom 4 mission ਜਿਹੜਾ ਹੈ ਇੰਟਰਨੈਸ਼ਨਲ ਸਪੇਸ ਸਟੇਸ਼ਨ ਨੂੰ ਲੈ ਕੇ ਜਾਏਗਾ। ਸੋ ਇਹਦੇ ਵਿੱਚ ਜਿਹੜੇ ਇੰਡੀਅਨ ਸਿਲੈਕਟ ਹੋਏ ਆ ਉਹ ਹੋਏ ਆ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਤੇ ਕੈਪਟਨ ਪ੍ਰਸ਼ਾਂਤ ਬਾਲ ਕ੍ਰਿਸ਼ਨ ਨਾਇਰ, ਠੀਕ ਹੈ। ਸੋ ਇਹ ਪਹਿਲੀਆਂ ਦੋ ਆਪਸ਼ਨਸ ਆਉਣਗੀਆਂ ਫਰਸਟ ਐਂਡ ਸੈਕਿੰਡ। ਸੋ ਦਾ ਆਨਸਰ ਇਜ਼ ਆਪਸ਼ਨ ਏ। ਨੈਕਸਟ ਆ recently who has become the youngest Olympic referee in boxing from India at Paris Olympics 2024। ਸੋ ਕਾਬਿਲਨ ਸਾਈ ਅਸ਼ੋਕ ਜਿਹੜੇ ਨੇ ਇਹ ਯੰਗੈਸਟ ਓਲੰਪਿਕ ਰੈਫਰੀ ਬਣੇ ਨੇ ਬਾਕਸਿੰਗ ਦੇ ਵਿੱਚ ਜਿਹੜੇ ਕਿ ਇੰਡੀਆ ਤੋਂ ਨੇ, ਠੀਕ ਹੈ। ਨੈਕਸਟ ਹੈਗਾ ਆ with which country India is jointly developing the national maritime। ਸੋ ਇਹ ਡਿਵੈਲਪ ਹੋ ਚੁੱਕਾ ਆ ਫਾਈਨਲੀ ਅੱਜ ਦੀ ਡੇਟ ਤੱਕ, ਠੀਕ ਹੈ। ਐਂਡ ਵੀਅਤਨਾਮ ਦੇ ਨਾਲ ਕੋਲੈਬੋਰੇਟ ਕਰਕੇ ਇੰਡੀਆ ਜਿਹੜਾ ਇੱਥੇ ਲੋਥਲ ਗੁਜਰਾਤ ਦੇ ਵਿੱਚ। ਸੋ ਇਹ ਵੀ ਇੰਪੋਰਟੈਂਟ ਆ, ਠੀਕ ਹੈ। ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਵੀ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ ਜਿਹੜਾ ਆ ਉਹ ਕਿਉਂਕਿ ਇੰਡੀਆ ਦਾ ਜਿਹੜਾ ਮੈਰੀਟਾਈਮ ਅਗਰ ਆਪਾਂ ਦੇਖੀਏ ਹੈਰੀਟੇਜ ਤੇ ਬਹੁਤ ਜ਼ਿਆਦਾ ਵਾਈਡ ਹੈ, ਬਹੁਤ ਜ਼ਿਆਦਾ ਕੀ ਇਹਨੂੰ ਕਹਿੰਦੇ ਏਂਸ਼ੀਅੰਟ ਵੀ ਹੈ, ਠੀਕ ਹੈ। ਚੋਲਾਸ ਦੇ ਟਾਈਮ ਤੋਂ ਵੀ ਹੈ। ਸੋ ਉਹ ਸਾਰੀਆਂ ਚੀਜ਼ਾਂ ਜਤਾਉਂਦਾ ਹੋਇਆ ਦਿਖਾਉਂਦਾ ਹੋਇਆ ਜਿਹੜਾ ਇੱਥੇ ਲੋਥਲ ਗੁਜਰਾਤ ਦੇ ਵਿੱਚ ਕੰਪਲੈਕਸ ਜਿਹੜਾ ਸੈਟਅਪ ਕੀਤਾ ਜਾ ਰਿਹਾ ਵੀਅਤਨਾਮ ਦੀ ਹੈਲਪ ਦੇ ਨਾਲ, ਠੀਕ ਆ ਜੀ। ਨੈਕਸਟ ਆ ਨੋਆ ਲਾਇਲਸ ਜਿਨ੍ਹਾਂ ਨੇ ਕਿ ਮੈਨਸ 100 ਮੀਟਰ ਸਪ੍ਰਿੰਟ ਗੋਲਡ ਜਿੱਤਿਆ ਹੈ 2024 ਪੈਰਿਸ ਓਲੰਪਿਕਸ ਦੇ ਵਿੱਚ। ਇਹ ਯੂਐਸ ਦੇ ਪਲੇਅਰ ਨੇ ਬੇਸਿਕਲੀ, ਠੀਕ ਹੈ। ਸੋ ਦਾ ਆਪਸ਼ਨ ਇਜ਼ ਬੀ। ਰੀਸੈਂਟਲੀ ਨੋਵਕ ਜੋਕੋਵਿਕ ਜਿਹੜੇ ਆ ਇਹਨਾਂ ਨੇ ਆਪਣਾ ਫਰਸਟ ਓਲੰਪਿਕ ਗੋਲਡ ਮੈਡਲ ਜਿਹੜਾ ਜਿੱਤਿਆ ਆ ਪੈਰਿਸ ਓਲੰਪਿਕਸ ਦੇ ਵਿੱਚ। ਐਂਡ ਨੋਵਕ ਜੋਕੋਵਿਕ ਜਿਹੜੇ ਨੇ ਇਹ ਬਿਲੋਂਗ ਕਰਦੇ ਨੇ ਸਰਬੀਆ ਤੋਂ। ਨੈਕਸਟ ਹੈ ਰੀਸੈਂਟਲੀ ਆਇਡੈਂਟੀਫਾਈ ਦਾ ਇਵੈਂਟ ਫਰੋਮ ਦਾ ਸਟੇਟਮੈਂਟਸ ਗਿਵਨ ਬਿਲੋ। ਹੁਣ ਇਹਦੇ ਵਿੱਚ ਕੀ ਆ ਸਾਨੂੰ ਕੁਝ ਸਟੇਟਮੈਂਟਸ ਦਿੱਤੀਆਂ ਨੇ ਐਂਡ ਆਪਸ਼ਨਸ ਦੇ ਵਿੱਚ ਸਾਨੂੰ ਕੁਝ ਜਿਹੜੀਆਂ ਆ ਉਹਨਾਂ ਨੇ ਇਵੈਂਟਸ ਦੱਸੇ। ਸਾਨੂੰ ਇਹ ਦੱਸਣਾ ਆ ਆਪਸ਼ਨਸ ਪੜ੍ਹ ਕੇ ਸਟੇਟਮੈਂਟਸ ਕਿ ਕਿਸ ਇਵੈਂਟ ਨਾਲ ਸੰਬੰਧਿਤ ਆ। ਪਹਿਲੀ ਸਟੇਟਮੈਂਟ ਹੈਗੀ ਹੈ ਇਟ ਇਜ਼ ਕੰਸੀਡਰਡ ਐਜ਼ ਦਾ ਫਰਸਟ ਪੈਜੈਂਟ ਮੂਵਮੈਂਟ ਜਿਹੜੀ ਕਿ ਸਿੱਧੂ ਤੇ ਕਾਨਹੂ ਨੇ ਲੀਡ ਕੀਤੀ ਸੀ ਅਲੋਂਗ ਵਿਦ ਚੰਦ ਐਂਡ ਭੈਰਵ। ਦੂਸਰੀ ਹੈਗੀ ਹੈ ਕਿ ਰਿਵੋਲਟ ਦਾ ਮੇਨ ਮਕਸਦ ਸੀਗਾ ਕਿ ਜਿਹੜੇ ਦਿੱਕੂਸ ਨੇ ਉਹਨਾਂ ਤੋਂ ਆਪਣਾ ਪਿੱਛਾ ਛਡਾਉਣਾ। ਦਿੱਕੂਸ ਬ੍ਰਿਟਿਸ਼ਰਸ ਤੇ ਮਨੀ ਲੈਂਡਰਸ ਯਾਨੀ ਕਿ ਜ਼ਮੀਂਦਾਰ ਜਿਹੜੇ ਉਸ ਟਾਈਮ ਤੇ ਪੈਸਾ ਕਿਸਾਨਾਂ ਨੂੰ ਦੇ ਦਿੰਦੇ ਸੀ ਧਾਰ ਵਗੈਰਾ, ਠੀਕ ਹੈ। ਸੋ ਉਹਨਾਂ ਤੋਂ ਪਿੱਛਾ ਛਡਾਉਣਾ। ਤੇ ਤੀਸਰਾ ਸਟੇਟਮੈਂਟ ਹੈਗੀ ਹੈ ਹੂਲ ਦਿਵਸ ਜਿਹੜਾ 30 ਜੂਨ ਨੂੰ ਮਨਾਇਆ ਜਾਂਦਾ ਹੈ, ਝਾਰਖੰਡ ਦੇ ਵਿੱਚ ਮਨਾਇਆ ਜਾਂਦਾ ਆ ਸਿੱਧੂ ਤੇ ਕਾਨੂ ਦੇ ਸੈਕਰੀਫਾਈਸ ਨੂੰ ਯਾਦ ਕਰਦੇ ਹੋਏ। ਸੋ ਇਹ ਤਿੰਨੇ ਹੀ ਸਟੇਟਮੈਂਟਸ ਜਿਹੜੀਆਂ ਨੇ ਸਾਂਥਲ ਰਿਵੋਲਟ ਨਾਲ ਰਿਲੇਟਡ ਨੇ, ਠੀਕ ਹੈ ਜੀ। ਸੋ ਦਾ ਆਪਸ਼ਨ ਇਜ਼ ਬੀ। Next are which among the following city or cities in India has or have been recognized as World Craft City by World Crafts Council, ਠੀਕ ਹੈ। ਸੋ ਇਹਦੇ ਵਿੱਚ ਰੀਸੈਂਟਲੀ ਜਿਹੜੀ ਸਿਟੀ ਐਡ ਹੋਈ ਆ ਉਹ ਹੋਈ ਆ ਸ਼੍ਰੀਨਗਰ, ਜੇ ਤੁਹਾਨੂੰ ਮਤਲਬ ਕੁਐਸਚਨ ਆ ਜੇ। ਅਦਰਵਾਈਜ਼ ਇਹਦੇ ਵਿੱਚੋਂ ਸ਼੍ਰੀਨਗਰ, ਜੈਪੁਰ, ਮਮਲਾਪੁਰਮ ਤੇ ਮਾਇਸੂਰ ਇਹ 4 ਸਿਟੀਜ਼ ਨੇ ਜਿਹੜੀਆਂ ਕਿ ਵਰਲਡ ਕ੍ਰਾਫਟ ਸਿਟੀ ਦੇ ਤੌਰ ਦੇ ਉੱਤੇ ਵਰਲਡ ਕ੍ਰਾਫਟ ਕਾਉਂਸਲ ਵੱਲੋਂ ਰੈਕੋਗਨਾਈਜ਼ ਕੀਤੀਆਂ ਗਈਆਂ ਨੇ। ਸੋ ਦਾ ਆਪਸ਼ਨ ਇਹਦਾ ਆਏਗਾ ਆਪਸ਼ਨ ਬੀ। Next are recently in news Parivesh portal was launched by which ministry? So Parivesh portal ਜਿਹੜਾ ਆ ਇਹ launch ਕੀਤਾ ਹੈ Ministry of Environment, Forest and Climate Change ਨੇ। ਪਰਿਵੇਸ਼ ਦੀ ਜਿਹੜੀ ਫੁੱਲ ਫਾਰਮ ਹੈਗੀ ਆ ਉਹ ਲਿਖ ਲਓ ਭਾਵੇਂ ਨਾਲ ਹੀ, proactive and responsive facilitation by interactive and virtuous ਇੱਥੇ ਲੈ ਦਿੰਨੀ ਆ virtuous environmental single window, ਠੀਕ ਹੈ। ਜਿੱਦਾਂ ਮੈਂ ਬੋਲਿਆ ਲਿਖ ਲਓ। ਮੈਂ ਦੁਬਾਰਾ ਬੋਲ ਦਿੰਦੀ ਹਾਂ। ਪਰਿਵੇਸ਼ ਸਟੈਂਡਸ ਫॉर proactive and responsive facilitation by interactive and virtuous environmental single window ਤੇ H stands for hub,
ठीक है, सिंगल विंडो हब। सो ये बेसिकली एक सिंगल विंडो पोर्टल आ एनवायरमेंट फॉरेस्ट वाइल्ड लाइफ ते कोस्टल रेगूलेशन जोन दा, ठीक है, एनवायरमेंट फॉरेस्ट वाइल्ड लाइफ ते कोस्टल रेगूलेशन जोन दे विचों ਜਿਹੜੀਆਂ ਵੀ अगर ਤੁਸੀਂ कोई बिजनेस सैटअप करना ਉਹਦੇ ਵਾਸਤੇ जब जो ਤੁਹਾਨੂੰ ਕਲੀਅਰੈਂਸਿਸ ਚਾਹੀਦੀਆਂ ਨੇ ਉਹਦੇ ਵਾਸਤੇ ਜਿਹੜਾ ਪਰਿਵੇਸ਼ ਪੋਰਟਲ ਹੈ ਇੱਕ ਸਿੰਗਲ ਵਿੰਡੋ ਹਬ ਆ, ਠੀਕ ਹੈ, ਇਸ ਵਾਸਤੇ। ਸੋ ਇਹ ਲਾਂਚ ਕੀਤਾ ਸੀਗਾ ਮਿਨਿਸਟਰੀ ਆਫ এনवायरमेंट ਫੋਰੈਸਟ ਐਂਡ ਕਲਾਈਮੇਟ ਚੇਂਜ ਨੇ, ਰਾਈਟ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਅਗਲੇ ਕੁਐਸਚਨ ਦੇ ਵਿੱਚ ਆਪਾਂ ਜਿਹੜਾ ਹੈ ਆਇਡੈਂਟੀਫਾਈ ਕਰਨੀ ਹੈ ਕਰੈਕਟ ਸਟੇਟਮੈਂਟ। ਸੋ ਪਹਿਲੀ ਹੈਗੀ ਹੈ ਅਸਤਰ ਮਾਰਕ 1 ਮਿਜ਼ਾਈਲਸ, ਇਹ ਭਾਰਤ ਡਾਇਨਾਮਿਕਸ ਲਿਮਿਟਿਡ ਵੱਲੋਂ ਮੈਨੂਫੈਕਚਰ ਕੀਤੀਆਂ ਗਈਆਂ ਨੇ, DRDO ਵੱਲੋਂ ਡਿਵੈਲਪ ਕੀਤੀਆਂ ਗਈਆਂ ਨੇ। ਇਹ ਬਿਯੋਂਡ ਵਿਜ਼ੂਅਲ ਰੇਂਜ ਕਲਾਸ ਆਫ 에ਅਰ ਟੂ 에ਅਰ ਮਿਜ਼ਾਈਲ ਨੇ, ਜਿਨ੍ਹਾਂ ਨੂੰ ਕਿ ਆਪਾਂ ਫਾਈਟਰ 에ਅਰਕ੍ਰਾਫਟਸ ਦੇ ਉੱਤੇ ਮਾਊਂਟ ਕਰ ਸਕਦੇ ਹਾਂ। ਇਸ ਲਈ ਜਿਹੜਾ 에ਅਰਕ੍ਰਾਫਟ ਜਿਹਦੇ ਉੱਤੇ ਮਾਊਂਟ ਕੀਤਾ ਜਾਊਗਾ ਉਹਦੇ ਵਾਸਤੇ ਇਹਨੂੰ ਜਿਹੜਾ ਇੰਟੀਗ੍ਰੇਟ ਕੀਤਾ ਗਿਆ Su-30 Mach 1 에ਅਰਕ੍ਰਾਫਟ ਦੇ ਨਾਲ, ਐਂਡ ਇੰਡਕਟ ਕੀਤੀਆਂ ਜਾਣਗੀਆਂ ਇੰਡੀਅਨ 에ਅਰਫੋਰਸ ਦੇ ਵਿੱਚ। ਐਂਡ ਇਹਦੀ ਜਿਹੜੀ ਰੇਂਜ ਆ ਦੈਟ ਇਜ਼ 80 to 110 ਕਿਲੋਮੀਟਰ, ਠੀਕ ਹੈ। ਸੋ ਸਾਰੀਆਂ ਸਟੇਟਮੈਂਟਸ ਜਿਹੜੀਆਂ ਕਰੈਕਟ ਹੈ, ਦਾ ਆਪਸ਼ਨ ਇਜ਼ ਡੀ। ਨੈਕਸਟ ਕੁਐਸਚਨ ਹੈਗਾ ਆਇਡੈਂਟੀਫਾਈ ਕਰੈਕਟ। ਸੋ ਇਹ ਤੁਹਾਨੂੰ ਮੈਂ ਰੀਸੈਂਟ ਇਕਨੋਮਿਕ ਇਸ਼ੂਜ਼ ਦੇ ਵਿੱਚ ਵੀ ਕਰਾਇਆ ਸੀਗਾ ਕਿ ਹਾਰਟੀਕਲਚਰ ਜਿਹੜਾ ਇੰਡੀਆ ਦੇ ਵਿੱਚ ਹੈ ਉਹ ਕੰਟਰੀਬਿਊਟ ਕਰਦਾ 33% ਆਪਣੀ ਗ੍ਰੋਸ ਵੈਲਿਊ ਐਡਿਡ ਨੂੰ। ਇੰਡੀਆ ਦਾ ਜਿਹੜਾ ਰੈਂਕ ਆ ਚਾਈਨਾ ਤੋਂ ਬਾਅਦ ਹੈ ਸੈਕਿੰਡ ਨੰਬਰ ਤੇ ਫਰੂਟਸ ਐਂਡ ਵੈਜੀਟੇਬਲਸ ਦੇ ਵਿੱਚ, ਤੇ ਇੰਡੀਆ ਦਾ ਗਲੋਬਲ ਮਾਰਕੀਟ ਦੇ ਵਿੱਚ ਹਾਰਟੀਕਲਚਰ 'ਚ ਸ਼ੇਅਰ ਸਿਰਫ ਔਰ ਸਿਰਫ 1% ਆ। ਸੋ ਸਾਰੀਆਂ ਹੀ ਸਟੇਟਮੈਂਟਸ ਜਿਹੜੀਆਂ ਸਹੀ ਹੈ, ਐਂਡ ਇਹਦਾ ਆਪਸ਼ਨ ਆਏਗਾ ਬੀ। ਇੱਕ ਚੀਜ਼ ਹੋਰ ਧਿਆਨ ਰੱਖਿਓ, ਅੱਜ ਕੱਲ੍ਹ ਜਿਹੜੇ PPSC ਜਾਂ PSSB ਦੇ ਵਿੱਚ ਕੁਐਸਚਨ ਆ ਰਹੇ ਨੇ ਉਹਦੇ ਵਿੱਚ ਆਪਾਂ ਜਨਰਲੀ ਕੀ ਦੇਖਦੇ ਹਾਂ, ਇਹ ਕੁਐਸਚਨ ਜਿੱਦਾਂ ਦੋ ਆਪਸ਼ਨਸ ਦੋ ਸਟੇਟਮੈਂਟ ਤੁਹਾਨੂੰ ਦਿੱਤੀਆਂ ਹੋਣ, ਇੱਕ ਸਟੇਟਮੈਂਟ ਤੇ ਲਿਖਿਆ ਹੋਵੇ 1 ਓਨਲੀ, ਦੂਸਰੀ ਤੇ ਲਿਖਿਆ ਹੋਵੇ 2 ਓਨਲੀ, 3 ਤੇ ਲਿਖਿਆ ਹੋਵੇ both 1 and 2 ਐਂਡ D ਤੇ ਲਿਖਿਆ ਹੋਵੇ ਨੀਦਰ 1 nor 2, ਹੈ ਨਾ। ਬਟ ਹੁਣ ਇਹ ਕੀ ਕਰਦੇ ਪਿਆ, A ਤੇ ਲਿਖ ਦਿੰਦੇ ਨੇ 2 ਓਨਲੀ, B ਤੇ ਲਿਖ ਦਿੰਦੇ ਨੇ 1 ਓਨਲੀ। ਹੁਣ ਮੇਰੇ ਵਰਗਾ ਬੰਦਾ ਜਿਹੜਾ ਬਹੁਤ ਕਾਲਾ ਆ ਹੈ ਨਾ, ਉਹ ਕੀ ਕਹੇਗਾ ਕਿ ਇੱਕੋ ਹੀ ਸਟੇਟਮੈਂਟ ਸਹੀ ਹੈਗੀ ਆ ਪਹਿਲੀ ਵਾਲੀ, ਫਟਾਫਟ A ਤੇ ਟਿਕ ਕਰ ਦੂਗਾ, ਬਟ ਬਾਅਦ ਵਿੱਚ ਜਦੋਂ ਆਨਸਰ ਚੈੱਕ ਕਰੂਗਾ ਤੇ ਵੇਖੂਗਾ ਕਿ ਇਹ ਤੇ ਮੈਨੂੰ ਆਉਂਦਾ ਹੀ ਗਲਤ ਕਿੱਦਾਂ ਹੋ ਗਿਆ, ਫਿਰ ਉਹ ਅੱਗੇ ਪੜੂਗਾ ਕਿ ਉਹ ਇੱਥੇ ਤੇ ਲਿਖਿਆ ਹੈ ਸੈਕਿੰਡ ਓਨਲੀ, ਹੈ ਨਾ। ਸੋ ਇਹ ਚੀਜ਼ ਦਾ ਧਿਆਨ ਰੱਖਿਓ, ਰਾਈਟ। ਨੈਕਸਟ ਹੈ ਰੀਸੈਂਟਲੀ RBI ਹੈਜ਼ ਇਨਕਰੀਜ਼ ਦਾ UPI ਲਿਮਿਟ ਫॉर ਟੈਕਸ ਪੇਮੈਂਟਸ। ਸੋ 1 ਲੱਖ ਤੋਂ ਜਿਹੜਾ ਟ੍ਰਾਂਜੈਕਸ਼ਨ ਪਰ ਟ੍ਰਾਂਜੈਕਸ਼ਨ ਤੋਂ ਜਿਹੜਾ ਹੈ ਵਧਾ ਕੇ UPI ਲਿਮਿਟ ਟੈਕਸ ਪੇਮੈਂਟਸ ਵਾਸਤੇ 5 ਲੱਖ ਕੀਤੀ ਹੈ। ਸੋ ਦਾ ਆਪਸ਼ਨ ਇਜ਼ C। ਨੈਕਸਟ ਆ ਆਇਡੈਂਟੀਫਾਈ ਕਰੈਕਟ ਰਿਗਾਰਡਿੰਗ ਮੰਕੀ ਪੌਕਸ। ਸੋ ਮੰਕੀ ਪੌਕਸ ਜਿਹੜੀ ਆ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਆ, ਇਹਨੂੰ M-Pox ਅੱਜ ਦੀ ਡੇਟ ਦੇ ਵਿੱਚ ਕਿਹਾ ਜਾਣ ਲੱਗਾ ਆ। ਸੋ ਇੱਕ ਵਾਇਰਲ ਡਿਜ਼ੀਜ਼ ਆ ਜਿਹੜੀ ਕਿ ਮੰਕੀ ਪੌਕਸ ਵਾਇਰਸ ਇਹਨੂੰ ਕਾਜ਼ ਕਰਦਾ ਆ, ਐਂਡ ਇਨਵੈਲਪ ਡਬਲ ਸਟ੍ਰੈਂਡਡ DNA ਵਾਇਰਸ ਆ, ਆਰਥੋਪੌਕਸ ਵਾਇਰਸ ਜੀਨਸ ਤੋਂ ਬਿਲੋਂਗ ਕਰਦਾ ਹੈ। ਜ਼ੂਨੋਟਿਕ ਹੈ, ਮੀਨਸ ਕਿ ਟ੍ਰਾਂਸਫਰ ਹੋ ਜਾਂਦੀ ਹੈ ਐਨੀਮਲਸ ਤੋਂ ਹਿਊਮਨ ਬੀਇੰਗ ਦੇ ਵਿੱਚ। ਐਂਡੈਮਿਕ ਆ, ਠੀਕ ਹੈ, ਐਂਡ ਮੋਸਟਲੀ ਇਹ ਪਾਈ ਜਾਂਦੀ ਆ। ਐਂਡੈਮਿਕ ਮੀਨਸ ਕਿ ਇੱਕ ਹਜੇ ਏਰੀਏ ਤੱਕ ਹੀ, ਇੱਕ ਰੀਜਨ ਤੱਕ ਹੀ ਇਹ ਰਿਸਟ੍ਰਿਕਟਡ ਆ, ਸਪੈਸ਼ਲੀ ਅਗਰ ਆਪਾਂ ਗੱਲ ਕਰੀਏ ਸੈਂਟਰਲ ਤੇ ਵੈਸਟ ਅਫਰੀਕਾ। ਸੋ ਸਾਰੀਆਂ ਹੀ ਸਟੇਟਮੈਂਟਸ ਜਿਹੜੀਆਂ ਕਰੈਕਟ ਹੈ। ਨੈਕਸਟ ਹੈ ਸਮ ਟਾਈਮ ਨਿਊਜ਼ ਦੇ ਵਿੱਚ ਹੁੰਦਾ 6x6 ਸਟ੍ਰੈਟਜੀ, ਠੀਕ ਹੈ। ਸੋ ਇਹਦੇ ਵਿੱਚ 6 ਇੰਟਰਵੈਂਸ਼ਨਸ, ਠੀਕ ਹੈ, 6 ਤਰ੍ਹਾਂ ਦੀਆਂ ਜਿਹੜੀਆਂ ਸਟ੍ਰੈਟਜੀਜ਼ ਮੈਥਡੋਲੋਜੀਜ਼ ਇਸ ਤਰ੍ਹਾਂ ਦੀਆਂ ਐਨੀਮੀਆ ਨੂੰ ਟੈਕਲ ਕਰਨ ਵਾਸਤੇ ਜਿਹੜਾ ਆ ਵਰਤੀਆਂ ਜਾਣਗੀਆਂ। ਸੋ ਦਾ ਆਪਸ਼ਨ ਇਜ਼ B। ਨੈਕਸਟ ਹੈ ਰੀਸੈਂਟਲੀ ਸੂਰਜ ਰੈਕੋਗਨੀਸ਼ਨ ਐਂਡ ਰੈਂਕਿੰਗ ਫਰੇਮਵਰਕ। ਸੂਰਜ ਮਤਲਬ ਸੂਰਿਆ, ਠੀਕ ਹੈ। ਸੋ ਇਹਦੇ ਵਿੱਚ ਮੇਨਲੀ ਕੀ ਹੈ, ਜਿਹੜੀਆਂ ਸਟੇਟਸ ਨੇ ਉਹਨਾਂ ਨੂੰ ਰਿਕੋਗਨਾਈਜ਼ ਕੀਤਾ ਜਾਊਗਾ, ਉਹਨਾਂ ਨੂੰ ਰਿਵਾਰਡਸ ਦਿੱਤੇ ਜਾਣਗੇ ਕਿ ਉਹ ਇਨੋਵੇਸ਼ਨ ਦੇ ਵਿੱਚ, ਕੁਆਲਿਟੀ ਦੇ ਵਿੱਚ ਕਿੰਨਾ ਕੁ ਜ਼ਿਆਦਾ ਆਪਣਾ ਕੰਟਰੀਬਿਊਟ ਕਰਦੀਆਂ ਪਈਆਂ ਨੇ ਮੇਨ ਜਿਹੜਾ ਆਪਣਾ ਵਿਕਸਿਤ ਭਾਰਤ ਮੋਟਿਵ ਹੈਗਾ ਉਹਨੂੰ ਅਚੀਵ ਕਰਨ ਵਾਸਤੇ। ਸੋ ਇਹ ਜਿਹੜਾ ਆ ਇਹ ਲਾਂਚ ਕੀਤਾ ਆ ਕੁਆਲਿਟੀ ਕਾਉਂਸਲ ਆਫ ਇੰਡੀਆ ਨੇ, ਠੀਕ ਹੈ। ਸੋ ਕੁਆਲਿਟੀ ਕਾਉਂਸਲ ਆਫ ਇੰਡੀਆ ਹੈਜ਼ ਲਾਂਚ ਦਿਸ particular ਕੀ ਇਹਨੂੰ ਕਹਿੰਦੇ ਆ ਸੂਰਿਆ ਰੈਕੋਗਨੀਸ਼ਨ ਐਂਡ ਰੈਂਕਿੰਗ ਫਰੇਮਵਰਕ। ਨੈਕਸਟ ਹੈ ਵਿਚ ਸਟੇਟ ਹੈਜ਼ ਅਪਰੂਵਡ ਵੇਨ ਗੰਗਾ ਨਾਲ ਗੰਗਾ ਰਿਵਰ ਲਿੰਕਿੰਗ ਪ੍ਰੋਜੈਕਟ। ਸੋ ਇਹ ਜਿਹੜਾ ਲਿੰਕਿੰਗ ਪ੍ਰੋਜੈਕਟ ਆ ਇਹ ਮਹਾਰਾਸ਼ਟਰ ਨੇ ਅਪਰੂਵ ਕੀਤਾ ਆ। ਦੇਖੋ ਜਿੰਨੇ ਵੀ ਲਿੰਕਿੰਗ ਪ੍ਰੋਜੈਕਟਸ ਨੇ ਨਾ, ਵਾਟਰ ਲਿੰਕਿੰਗ ਜਾਂ ਜਿੰਨੇ ਵੀ ਮਤਲਬ ਰਿਵਰ ਲਿੰਕਿੰਗ ਪ੍ਰੋਜੈਕਟਸ ਨੇ, ਇਹਨਾਂ ਦਾ ਮੇਨ ਮੋਟਿਵ ਹੈਗਾ ਕਿ ਜਿਹੜੀਆਂ ਸਟੇਟਸ ਵਾਟਰ ਸਰਪਲਸ ਨੇ, ਠੀਕ ਹੈ, ਜਿੱਥੇ ਪਾਣੀ ਜ਼ਿਆਦਾ ਆ ਉਤੋਂ ਵਾਟਰ ਡੈਫੀਸ਼ੀਐਂਟ ਸਟੇਟਸ ਦੇ ਵਿੱਚ ਜਿਹੜਾ ਪਾਣੀ ਆ ਉਹਨੂੰ ਪਹੁੰਚਾਉਣਾ, ਠੀਕ ਹੈ। ਸੋ ਇਹ ਇਹਨਾਂ ਦਾ ਮੇਨ ਮੋਟਿਵ ਆ। ਨੈਕਸਟ ਹੈ ਰੀਸੈਂਟਲੀ ਛੱਤੀਸਗੜ੍ਹ ਅਪਰੂਵਡ ਅ ਪ੍ਰਪੋਜ਼ਲ ਟੂ ਨੋਟੀਫਾਈ ਗੁਰੂ ਘਸੀਦਾਸ ਤਮੋਰ ਪਿੰਗਲਾ ਟਾਈਗਰ ਰਿਜ਼ਰਵ ਫਾਰਮਡ। ਸੋ ਇਹ ਜਿਹੜਾ ਗੁਰੂ ਘਸੀਦਾਸ ਤਮੋਰ ਪਿੰਗਲਾ ਟਾਈਗਰ ਰਿਜ਼ਰਵ ਬਣਾ ਰਿਹਾ ਛੱਤੀਸਗੜ੍ਹ, ਇਹਦੇ ਵਿੱਚ ਇਹ ਨੈਸ਼ਨਲ ਪਾਰਕ ਗੁਰੂ ਘਸੀਦਾਸ ਨੈਸ਼ਨਲ ਪਾਰਕ ਤੇ ਤਿਮਰ ਪਿੰਗਲਾ ਜਿਹੜੀ ਸੈਂਚੁਰੀ ਆ ਇਹਨੂੰ ਇੰਟੀਗ੍ਰੇਟ ਕਰਕੇ ਬਣਾ ਰਿਹਾ ਆ। ਇਸ ਕਰਕੇ ਇਹ ਜਿਹੜਾ ਛੱਤੀਸਗੜ੍ਹ ਦਾ 4th ਟਾਈਗਰ ਰਿਜ਼ਰਵ ਵੀ ਹੈ ਤੇ ਇੰਡੀਆ ਦਾ ਇਹ 3rd ਲਾਰਜੈਸਟ ਟਾਈਗਰ ਰਿਜ਼ਰਵ ਹੋਊਗਾ ਆਉਣ ਵਾਲੇ ਦਿਨ ਦੇ ਵਿੱਚ, ਠੀਕ ਹੈ।
ਇਸ ਤੋਂ ਇਲਾਵਾ ਛੱਤੀਸਗੜ੍ਹ ਦੇ 3 ਜਿਹੜੇ ਹੋਰ ਟਾਈਗਰ ਰਿਜ਼ਰਵ ਨੇ ਹੋ ਗਏ ਇੰਦਰਾਵਤੀ, ਉਡਾਂਤੀ ਸਿਤਾਂਦੀ ਤੇ ਅਚਨਕਮਾਰ। ਠੀਕ ਹੈ, ਅਚਨਕਮਾਰ ਜਿਹੜਾ ਆ, ਅਚਨਕਮਾਰ ਅਮਰਕੰਟਕ ਜਿਹੜਾ ਇਹ ਜਿਹੜਾ ਮੈਨ ਐਂਡ ਬਾਇਓਸਫੀਅਰ ਪ੍ਰੋਗਰਾਮ ਹੈ ਯੂਨੈਸਕੋ ਦਾ, ਇਹ ਉਹਦੇ ਅੰਡਰ ਵੀ ਹੈਗਾ ਆ। ਠੀਕ ਆ, ਇਹ ਮੈਂ ਤੁਹਾਨੂੰ ਦੱਸਦਾ। ਸੋ ਇਹ 3rd ਲਾਰਜੈਸਟ ਟਾਈਗਰ ਰਿਜ਼ਰਵ ਆ। ਜਿਹੜਾ ਇੰਡੀਆ ਦਾ ਸਭ ਤੋਂ ਵੱਡਾ ਲਾਰਜੈਸਟ ਟਾਈਗਰ ਰਿਜ਼ਰਵ ਹੈਗਾ ਉਹ ਹੈਗਾ ਨਾਗਾਰਜੁਨ ਸਾਗਰ ਸਿਰਿਸਾਲਾਮ, ਜਿਹੜਾ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਹੈ। 2nd ਨੰਬਰ ਤੇ ਹੈਗਾ ਅਸਾਮ ਦਾ ਮਾਨਸ। ਠੀਕ ਹੈ, ਇਸ ਤੋਂ ਇਲਾਵਾ ਅਗਰ ਅੱਜ ਦੀ ਡੇਟ ਦੇ ਵਿੱਚ ਦੇਖੀਏ ਤੇ ਕਰੰਟਲੀ ਇੰਡੀਆ ਦੇ ਵਿੱਚ 55 ਟਾਈਗਰ ਰਿਜ਼ਰਵਸ ਨੇ। ਜਿਹੜਾ 55ਵਾਂ ਟਾਈਗਰ ਰਿਜ਼ਰਵ ਸੀਗਾ ਉਹ ਹੈਗਾ ਧੌਲਪੁਰ ਕਰੌਲੀ, ਜਿਹਨੂੰ 2023 ਚ ਡਿਕਲੇਅਰ ਕੀਤਾ ਗਿਆ ਸੀਗਾ। ਸੋ ਸਾਰੀਆਂ ਹੀ ਸਟੇਟਮੈਂਟਸ ਜਿਹੜੀਆਂ ਨੇ ਸਹੀ ਹੈ, ਬਟ ਇਹਦੇ ਵਿੱਚ ਦੇਖੋ ਸਾਨੂੰ ਉਹਨੇ ਕੀ ਪੁੱਛਿਆ ਆ, ਇਨਕਰੈਕਟ ਕਿਹੜੀ ਹੈ। ਠੀਕ ਹੈ, ਸੋ ਇਨਕਰੈਕਟ ਇਹਦੇ ਵਿੱਚ ਕੋਈ ਵੀ ਨਹੀਂ ਹੈ, ਸੋ ਦਾ ਆਪਸ਼ਨ ਇਜ਼ ਡੀ। ਨੈਕਸਟ ਆ ਤੰਤਲਮ। ਸੋ ਤੰਤਲਮ ਜਿਹੜਾ ਰੀਸੈਂਟਲੀ ਸੈਂਟਰਲ ਗਵਰਨਮੈਂਟ ਨੇ ਇਹਨੂੰ ਕ੍ਰਿਟੀਕਲ ਤੇ ਸਟ੍ਰੈਟੇਜਿਕ ਮਿਨਰਲ ਜਿਹੜਾ ਡਿਕਲੇਅਰ ਕੀਤਾ ਅੰਡਰ ਮਾਈਨਸ ਐਂਡ ਮਿਨਰਲਸ ਐਕਟ 1957। ਸੋ ਇਹ ਰੇਅਰ ਮੈਟਲ ਆ ਜਿਹਦਾ ਐਟੋਮਿਕ ਨੰਬਰ 73 ਹੈ ਐਂਡ ਰੀਸੈਂਟਲੀ ਪੰਜਾਬ ਦੇ ਵਿੱਚ ਇਹਦੇ ਜਿਹੜੇ ਟ੍ਰੇਸਿਸ ਹੈ ਪਾਏ ਗਏ। ਠੀਕ ਹੈ, ਨੈਕਸਟ ਹੈ ਨੈਬ ਸਿੰਘ ਸੈਣੀ, ਕਰੰਟ ਚੀਫ ਮਿਨਿਸਟਰ ਬਣ ਗਏ ਨੇ ਹਰਿਆਣਾ ਦੇ ਅਗੇਨ। ਠੀਕ ਹੈ, ਸੋ ਰੀਸੈਂਟਲੀ ਜਿਹੜੀਆਂ ਹੋਈਆਂ ਨੇ ਇਲੈਕਸ਼ਨਸ ਉਹਦੇ ਵਿੱਚ ਵੀ। ਨੈਕਸਟ ਰੀਸੈਂਟਲੀ ਹੂ ਹੈਜ਼ ਬਿਕਮ ਦਾ ਫਰਸਟ ਰਿਸੀਪੀਐਂਟ। ਸੋ ਇਹ ਵੀ ਜਿਹੜੇ ਆਪਣਾ ਕੀ ਇਹਨੂੰ ਕਹਿੰਦੇ ਡੈਬਟ ਅਵਾਰਡਸ, ਇਨੋਗਰਲ ਅਵਾਰਡਸ ਜਿਹੜੇ ਆ, ਮਤਲਬ ਸਭ ਤੋਂ ਪਹਿਲੀ ਵਾਰੀ ਜਿਹੜੇ ਆ ਇੰਡੀਆ ਦੇ ਵਿੱਚ ਇਹ ਇੰਟਰੋਡਿਊਸ ਹੋਏ ਕਹਿ ਲਓ, ਜਾਂ ਇਹ ਪਹਿਲੀ ਵਾਰੀ ਦਿੱਤੇ ਗਏ ਆ ਵਿਗਿਆਨ ਪੁਰਸਕਾਰ, ਰਾਸ਼ਟਰ ਵਿਗਿਆਨ ਪੁਰਸਕਾਰ। ਸੋ ਇਹਦੇ ਵਿੱਚ ਜਿਹੜਾ ਫਰਸਟ ਰਿਸੀਪੀਐਂਟ ਬਣਿਆ ਵਿਗਿਆਨ ਰਤਨ ਪੁਰਸਕਾਰ, ਜਿਹੜਾ ਕਿ ਹਾਈਐਸਟ ਆਨਰ ਆ ਇਸ ਕੈਟਾਗਰੀ ਅਵਾਰਡਸ ਦੇ ਵਿੱਚ। ਸੋ ਉਹ ਮਿਲਿਆ ਡਾਕਟਰ ਗੋਵਿੰਦ ਰਾਜਨ ਪਦਮਨਾਭਨ ਨੂੰ। ਠੀਕ ਹੈ, ਸੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਆ। Next are recently who have been selected by Indian Olympic Association as co-flag bearers for India at Paris Olympics। ਸੋ ਕਲੋਜ਼ਿੰਗ ਸੈਰੇਮਨੀ ਦੇ ਵਿੱਚ ਜਿਹੜੇ ਫਲੈਗ ਬੇਅਰਰਸ ਨੇ ਉਹ ਬਣੇ ਨੇ ਮਨੂ ਭਾਕਰ ਤੇ PR ਸ੍ਰੀਜੇਸ਼। ਠੀਕ ਹੈ, ਸੋ ਬੋਥ B and C। ਨੈਕਸਟ ਹੈ ਰੀਸੈਂਟਲੀ ਉੜੀਸਾ ਦੇ ਵਿੱਚ ਜਿਹੜਾ ਅੰਨਪੂਰਤੀ ਕਰਕੇ, ਸੋ ਇਹਦਾ ਨਾਮ ਇਹਦੇ ਵਿੱਚ ਨਹੀਂ ਲਿਖਿਆ ਵੀ ਹੋਇਆ ਆ, ਅੰਨਪੂਰਤੀ ਗ੍ਰੇਨ ATM। ਸੋ ਇਹ ਇੰਡੀਆ ਦਾ 24/7 ਫਸਟ ਗ੍ਰੇਨ ATM ਹੈ, ਜਿਹਦੇ ਵਿੱਚ ਜਿਹੜਾ ਨੈਸ਼ਨਲ ਫੂਡ ਸਿਕਿਉਰਿਟੀ ਦੇ ਐਕਟ ਦੇ ਅੰਡਰ ਜਿਹੜੇ ਗ੍ਰੇਨਸ ਡਿਸਟ੍ਰੀਬਿਊਟ ਕੀਤੇ ਜਾਂਦੇ ਆ। ਠੀਕ ਹੈ, ਸੋ ਉਹਦੇ ਅੰਡਰ ਇਹ ਕੀ ਹੈ, ਇੱਕ ATM ਦੇ ਥਰੂ ਤੁਸੀਂ ਜਿਹੜਾ ਆ ਇਹ ਮਤਲਬ ਲੈ ਸਕਦੇ ਨੇ, ਜਿਹੜੀ ਪਬਲਿਕ ਹੈ ਉਹ ਗ੍ਰੇਨਸ ਜਿਹੜੇ ਲੈ ਸਕਦੇ ਆ। ਠੀਕ ਹੈ, ਡਾਇਰੈਕਟਲੀ। ਸੋ ਉੜੀਸਾ ਨੇ ਲਾਂਚ ਕੀਤਾ ਆ। ਨੈਕਸਟ ਆ ਸੋ ਪਾਕਿਸਤਾਨ ਦੇ ਅਰਸ਼ਨਦੀਪ। ਸੋ ਇਹਨਾਂ ਨੂੰ ਤੁਹਾਨੂੰ ਪਤਾ ਹੀ ਆ 올림픽ਸ ਦੇ ਵਿੱਚ ਫਰਸਟ ਜਿਹੜਾ ਹੈ ਪਾਕਿਸਤਾਨ ਦੇ ਅਰਸ਼ਨਦੀਪ ਆਏ ਆ, ਜਿਨ੍ਹਾਂ ਨੂੰ 골ਡ ਮੈਡਲ ਮਿਲਿਆ ਆ। ਨੀਰਜ ਚੋਪੜਾ ਸੈਕਿੰਡ ਰਹੇ ਆ। ਸੋ ਇਹਨਾਂ ਦਾ ਜਿਹੜਾ ਥਰੋ ਹੈਗਾ ਸੀਗਾ ਉਹ ਹੈਗਾ ਸੀ 92.97 ਮੀਟਰਸ। ਠੀਕ ਹੈ, ਸੋ ਰੀਸੈਂਟਲੀ ਇੰਡੀਆਜ਼ ਮੈਨਸ ਹਾਕੀ ਟੀਮ ਸਿਕਿਉਰਡ ਦਾ ਬ੍ਰੌਂਜ਼ ਮੈਡਲ ਮਿਲਿਆ ਆ, ਆਪਾਂ ਨੂੰ ਪਤਾ ਹੀ ਆ। ਸੋ ਕਿੰਨੂੰ ਹਰਾ ਕੇ ਮਿਲਿਆ ਆ ਫਾਈਨਲ ਦੇ ਵਿੱਚ, ਆਪਣਾ ਜਿਹੜਾ ਜਿਹਦੇ ਵਿੱਚ ਵੀ ਬ੍ਰੌਂਜ਼ ਮਿਲਿਆ ਇਹਨਾਂ ਨੂੰ ਇੰਡੀਆ ਨੇ ਇਹਦੇ ਵਿੱਚ ਸਪੇਨ ਨੂੰ ਹਰਾਇਆ ਸੀਗਾ। ਠੀਕ ਹੈ, ਸੋ ਦਾ ਆਪਸ਼ਨ ਇਜ਼ B। ਨੈਕਸਟ ਆ ਆਇਡੈਂਟੀਫਾਈ ਕਰੈਕਟ ਅਬਾਊਟ ਚੈਕ ਟਰੰਕੇਸ਼ਨ ਸਿਸਟਮ। ਸੋ ਚੈਕ ਟਰੰਕੇਸ਼ਨ ਸਿਸਟਮ ਬਾਰੇ ਆਲਰੇਡੀ ਜਿਹੜਾ ਤੁਸੀਂ ਪਿਛਲੇ ਕੁਐਸਚਨ ਪੇਪਰ ਚੁੱਕ ਕੇ ਵੇਖ ਲਓ, ਆਇਆ ਵੀ ਹੋਇਆ 1-2 ਵਾਰੀ। ਸੋ ਆਨਲਾਈਨ ਇਮੇਜ ਬੇਸਡ ਚੈੱਕ ਕਲੀਅਰਿੰਗ ਸਿਸਟਮ, ਜਿਹਦੇ ਵਿੱਚ ਫਿਜ਼ੀਕਲ ਚੈੱਕ ਮੂਵਮੈਂਟ ਨੂੰ ਆਪਾਂ ਬਿਲਕੁਲ ਐਲੀਮੀਨੇਟ ਕਰ ਦਿੰਦੇ ਆ। ਇਹਦੇ ਵਿੱਚ ਜਿਹੜਾ ਮਾਈਕਰ ਡੇਟਾ ਹੁੰਦਾ ਉਹਨੂੰ ਇਲੈਕਟ੍ਰੋਨਿਕਲੀ ਹੀ ਪ੍ਰੋਸੈਸ ਕੀਤਾ ਜਾਂਦਾ ਹੈ। ਮਾਈਕਰ ਸਟੈਂਡ ਫॉर ਮੈਗਨੈਟਿਕ ਲਿੰਕ ਕਰੈਕਟਰ ਰੈਕੋਗਨੀਸ਼ਨ, ਜਿਹਦੇ ਵਿੱਚ ਮੈਗਨੈਟਿਕ ਇੰਕ ਤੇ ਸਪੈਸ਼ਲ ਕਰੈਕਟਰਸ ਜਿਹੜੇ ਆ ਯੂਜ਼ ਕੀਤੇ ਜਾਂਦੇ ਆ ਚੈੱਕ ਦੀ ਲੈਜੀਟੀਮੇਸੀ ਨੂੰ ਵੈਰੀਫਾਈ ਕਰਨ ਵਾਸਤੇ। ਠੀਕ ਹੈ, ਐਂਡ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਜਿਹੜਾ ਆ ਉਹ ਐਕਟ ਕਰਦਾ ਐਜ਼ ਅ ਚੈੱਕ ਪ੍ਰੋਸੈਸਿੰਗ ਸੈਂਟਰ। ਸੋ ਸਾਰੀਆਂ ਹੀ ਸਟੇਟਮੈਂਟਸ ਜਿਹੜੀਆਂ ਕਰੈਕਟ ਨੇ, ਆਪਾਂ ਕਰੈਕਟ ਆਇਡੈਂਟੀਫਾਈ ਕਰਨੀਆਂ। ਸੋ ਦਾ ਆਪਸ਼ਨ ਇਜ਼ A। ਨੈਕਸਟ ਹੈ ਆਇਡੈਂਟੀਫਾਈ ਕਰੈਕਟ। ਫਿਰ ਕਰੈਕਟ ਆਇਡੈਂਟੀਫਾਈ ਕਰਨਾ। ਸੋ ਰੀਸੈਂਟਲੀ 3 ਇੰਡੀਅਨ ਓਸ਼ਨ ਸਟਰਕਚਰਸ ਜਿਹੜੇ ਕਿ ਸਾਊਥ ਵੈਸਟ ਇੰਡੀਅਨ ਰਿਜ ਦੇ ਉੱਤੇ ਲੋਕੇਟਿਡ ਨੇ, ਉਹਨਾਂ ਦਾ ਨਾਮ ਅਸ਼ੋਕ, ਚੰਦਰਗੁਪਤ ਤੇ ਕਾਲਪਤਰੂ ਦੇ ਨਾਮ ਦੇ ਉੱਤੇ ਰੱਖਿਆ ਗਿਆ ਆ। ਐਂਡ ਇਹਨਾਂ ਨੂੰ ਡਿਸਕਵਰ ਕੀਤਾ ਗਿਆ ਨੈਸ਼ਨਲ ਸੈਂਟਰ ਫॉर ਪੋਲਰ ਐਂਡ ਓਸ਼ਨ ਰਿਸਰਚ, ਜਿਹੜਾ ਕਿ ਵਾਸਕੋ ਡੀ ਗਾਮਾ ਗੋਆ ਦੇ ਵਿੱਚ ਲੋਕੇਟਿਡ ਆ। ਠੀਕ ਹੈ ਜੀ, ਕਰੈਕਟ ਸਟੇਟਮੈਂਟ ਆਪਾਂ ਫਾਈਂਡ ਕਰਨੀ ਹੈ ਤੇ ਦੋਵੇਂ ਹੀ ਕਰੈਕਟ ਹੈ। ਸੋ ਦਾ ਰਾਈਟ ਆਪਸ਼ਨ ਇਜ਼ C। ਨੈਕਸਟ ਹੈ ਰੀਸੈਂਟਲੀ ਹੂ ਹੈਜ਼ ਬੀਨ ਅਪਾਇੰਟਡ ਐਜ਼ ਇੰਡੀਆਜ਼ ਨਿਊ ਕੈਬਨਿਟ ਸੈਕਟਰੀ। ਸੋ ਬਹੁਤ ਇੰਪੋਰਟੈਂਟ ਅਪਾਇੰਟਮੈਂਟ ਹੈ। ਠੀਕ ਹੈ ਜੀ, ਸੋ TV ਸੋਮਨਾਥਨ ਜਿਹੜੇ ਅਪਾਇੰਟ ਹੋਏ ਨੇ। ਸੋ ਰੀਸੈਂਟਲੀ ਬਾਇਲੇਟਰਲ ਐਕਸਰਸਾਈਜ਼ ਉਦਾਰ ਸ਼ਕਤੀ 2024। ਸੋ ਇਹ ਇੰਡੀਅਨ 에ਅਰਫੋਰਸ ਤੇ ਜਿਹੜੀ ਰਾਇਲ 에ਅਰਫੋਰਸ ਹੈ ਮਲੇਸ਼ੀਆ ਦੀ, ਉਹਦੇ ਵਿੱਚ ਕੰਡਕਟ ਹੋਈ ਹੈ ਉਦਾਰ ਸ਼ਕਤੀ 2024। ਰੀਸੈਂਟਲੀ ਇੰਡੀਅਨ ਪ੍ਰੈਜ਼ੀਡੈਂਟ ਨੂੰ ਤਿਮਰ ਲੈਸਤੇ ਵੱਲੋਂ ਹਾਈਐਸਟ ਸਿਵਿਲੀਅਨ ਆਨਰ ਜਿਹੜਾ ਦਿੱਤਾ ਗਿਆ ਆ। ਨੈਕਸਟ ਹੈ ਆਇਡੈਂਟੀਫਾਈ ਕਰੈਕਟ ਅਬਾਊਟ PM ਸੂਰਿਆ ਘਰ ਮੁਫਤ ਬਿਜਲੀ ਯੋਜਨਾ। ਸੋ ਇਹਦੇ ਵਾਸਤੇ ਜਿਹੜੀ ਨੋਡਲ ਮਿਨਿਸਟਰੀ ਹੈ ਉਹ ਹੈਗੀ ਹੈ ਮਿਨਿਸਟਰੀ ਆਫ ਨਿਊ ਐਂਡ ਰੀਨਿਊਏਬਲ એનર્ਜੀ। ਸੈਕਿੰਡ ਸਟੇਟਮੈਂਟ ਹੈ ਕਿ ਇਹਦਾ ਮੇਨ ਏਮ ਹੈਗਾ ਆ ਰੂਫਟਾਪ ਸੋਲਰ ਜਿਹੜੇ ਆ ਪੈਨਲਸ ਵਗੈਰਾ ਇੰਸਟਾਲ ਕਰਵਾਣੇ ਤੇ 300 ਮੰਥਲੀ ਯੂਨਿਟਸ ਜਿਹੜੇ ਆ ਫ੍ਰੀ ਇਲੈਕਟ੍ਰਿਸਿਟੀ ਪ੍ਰੋਵਾਈਡ ਕਰਨਾ 1 ਕਰੋੜ ਹਾਊਸ ਹੋਲਡਸ ਨੂੰ। ਠੀਕ ਹੈ, ਸੋ ਇਹ ਟਾਰਗੇਟ ਹੈ।
ਤੀਸਰਾ ਹੈਗਾ ਆ ਕਿ ਅਗਰ 2 ਕਿਲੋਵਾਟ ਦੀ ਕੈਪੈਸਿਟੀ ਤੱਕ ਕੋਈ ਇੰਸਟਾਲ ਕਰਦਾ ਹੈ ਰੂਫਟਾਪ ਸੋਲਰ ਤੇ ਉਹਨੂੰ 60% ਜਿਹੜੀ ਹੈ ਸਬਸਿਡੀ ਦਿੱਤੀ ਜਾਊਗੀ ਤੇ ਐਡੀਸ਼ਨਲ ਅਗਰ ਇਸ ਤੋਂ ਜ਼ਿਆਦਾ ਕਰਦਾ ਤੇ 40% ਹੋਰ ਦਿੱਤੀ ਜਾਊਗੀ ਤੇ 1 ਕਰੋੜ ਫੈਮਲੀਜ਼ ਜਿਹੜੀਆਂ ਨੇ ਉਹ ਐਕਸਪੈਕਟਡ ਨੇ ਕਿ ਉਹ 15,000 ਕਰੋੜ ਐਨੂਅਲੀ ਜਿਹੜੀਆਂ ਆ ਉਹ ਸੇਵ ਕਰ ਸਕਦੀਆਂ ਨੇ ਤੇ ਇਹਦੇ ਨਾਲ ਜਿਹੜੀ ਸਰਪਲਸ ਪਾਵਰ ਆ ਉਹ ਆਪਣਾ ਡਿਸਟ੍ਰੀਬਿਊਸ਼ਨ ਕੰਪਨੀਜ਼ ਜਿਨ੍ਹਾਂ ਨੂੰ ਆਪਾਂ ਡਿਸਕਮਸ ਵੀ ਕਹਿੰਦੇ ਆ ਉਹਨਾਂ ਨੂੰ ਸੇਲ ਕਰ ਸਕਦੀਆਂ ਨੇ। ਸੋ ਇਹ ਸਾਰੀਆਂ ਹੀ ਸਟੇਟਮੈਂਟਸ ਜਿਹੜੀਆਂ ਕਰੈਕਟ ਆ ਦਾ ਆਪਸ਼ਨ ਇਜ਼ ਡੀ। ਨੈਕਸਟ ਆ ਆਈਡੈਂਟੀਫਾਈ ਕਰੈਕਟ ਮੈਚ ਪੇਅਰ। ਸੋ ਇਹ ਜਨਰੇਸ਼ਨ ਆਫ ਬਾਇਓਫਿਊਲਸ ਆ। ਬਾਇਓਫਿਊਲਸ ਦੇ ਵਿੱਚ 4 ਜਨਰੇਸ਼ਨਸ ਹੁੰਦੀਆਂ। ਫਸਟ ਜਨਰੇਸ਼ਨ ਹੁੰਦੀ ਹੈ ਜਿਹਦੇ ਵਿੱਚ ਜਿਹੜਾ ਡਾਇਰੈਕਟਲੀ ਐਡੀਬਲ ਮਟੀਰੀਅਲ ਜਿੱਦਾਂ ਕਿ ਕੌਰਨਸ ਵਗੈਰਾ ਤੋਂ, ਠੀਕ ਹੈ, ਡਾਇਰੈਕਟ ਰਾਈਸ ਤੋਂ, ਡਾਇਰੈਕਟ ਚੀਜ਼ ਜਿਹੜੀ ਖਾਣ ਵਾਲੀਆਂ ਚੀਜ਼ ਹੁੰਦੀਆਂ ਐਡੀਬਲ ਮਟੀਰੀਅਲ ਉਹ ਤੋਂ ਡਰਾਈਵ ਕਰਨਾ, ਲੇਕਿਨ ਇਹਦੇ ਨਾਲ ਕੀ ਆ ਫੂਡ ਸਿਕਿਉਰਿਟੀ ਇਸ਼ੂਜ਼ ਹੋ ਜਾਂਦੇ ਆ। ਸੈਕਿੰਡ ਜਿਹੜਾ ਸਭ ਤੋਂ ਵਧੀਆ ਹੈ ਜਿਹੜਾ ਕਿ ਲੈਫਟ ਓਵਰ ਚੀਜ਼ਾਂ ਜਿੱਦਾਂ ਕਿ ਸਟਬਲ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਬਹੁਤ ਜ਼ਿਆਦਾ ਹੈ ਨਾ ਪ੍ਰੋਬਲਮ ਕ੍ਰੀਏਟ ਕਰ ਰਿਹਾ ਹੈ। ਸੋ ਇਹਦੇ ਨਾਲ ਆਪਾਂ ਜਿਹੜਾ ਆ ਲੈਫਟ ਓਵਰ ਬਚੀਆਂ ਖੁਚੀਆਂ ਚੀਜ਼ਾਂ ਜਿਹੜੀਆਂ ਆ ਮਤਲਬ ਖਾਣ ਵਾਲੀਆਂ ਚੀਜ਼ਾਂ ਤੋਂ ਜਿਹੜੀਆਂ ਰਹਿਣ ਖੂਨ ਚੀਜ਼ਾਂ ਬਚ ਜਾਂਦੀਆਂ ਨੇ ਹੈ ਨਾ, ਛਿਲਕੇ ਸਬਜ਼ੀਆਂ ਦੇ ਇਹ ਉਹ ਸਾਰਾ ਕੁਛ, ਠੀਕ ਹੈ, ਫੋਰੈਸਟ ਰੈਜ਼ੀਡਿਊਜ਼ ਵਗੈਰਾ। ਸੋ ਇਹਨਾਂ ਨੂੰ ਜਿਹੜਾ ਆਪਾਂ ਸੈਕਿੰਡ ਜਨਰੇਸ਼ਨ 'ਚ ਯੂਜ਼ ਕਰਦੇ ਹਾਂ ਬਾਇਓ ਆਇਲ ਵਗੈਰਾ ਬਣਾਉਣ ਵਾਸਤੇ। ਥਰਡ ਜਨਰੇਸ਼ਨ ਦੇ ਵਿੱਚ ਆਪਾਂ ਐਕੁਐਟਿਕ ਬਾਇਓਮਾਸ ਜਿੱਦਾਂ ਕਿ ਐਲਗੀ ਵਗੈਰਾ ਯੂਜ਼ ਕਰਦੇ ਹਾਂ, ਜਟਰੋਪਾ ਪਲਾਂਟ ਬਾਰੇ ਤੁਸੀਂ ਸੁਣਿਆ ਹੋਊਗਾ। ਐਂਡ ਫੋਰਥ ਜਨਰੇਸ਼ਨ ਦੇ ਵਿੱਚ ਆਪਾਂ ਕੀ ਆ ਬਾਇਓ ਇੰਜੀਨੀਅਰਿੰਗ ਮਤਲਬ ਕਿ ਇੰਜੀਨੀਅਰਡ ਬਾਇਓਟੈਕਨੋਲੋਜੀ ਆਪਾਂ ਯੂਜ਼ ਕਰਦੇ ਹਾਂ ਜਿੱਦਾਂ ਕਿ ਇੰਜੀਨੀਅਰਿੰਗ ਪਲਾਂਟਸ ਐਂਡ ਮਾਈਕਰੋ ਆਰਗੈਨਿਜ਼ਮ ਜੋ ਕਿ ਬਹੁਤ ਜ਼ਿਆਦਾ ਐਕਸਪੈਂਸਿਵ ਆ, ਠੀਕ ਹੈ। ਸੋ ਸਭ ਤੋਂ ਵਾਇਬਲ ਇਹਦੇ ਵਿੱਚ ਸੈਕਿੰਡ ਜਨਰੇਸ਼ਨ ਹੀ ਆ ਕਿਉਂਕਿ ਥਰਡ ਦੇ ਵਿੱਚ ਵੀ ਅਗਰ ਦੇਖੀਏ ਤਾਂ ਇੰਨੀ ਜ਼ਿਆਦਾ ਕੁਆਂਟਿਟੀ ਸਾਨੂੰ ਨਹੀਂ ਮਿਲੂਗੀ ਹੈ ਨਾ। ਸੋ ਇਹਦੇ ਵਿੱਚ ਵੈਸੇ ਤਾਂ ਮੇਨ ਇਹਦੇ ਵਿੱਚ ਹੈਗਾ ਕਿ ਆਪਾਂ ਨੇ ਮੈਚ ਕਰਨਾ। ਸੋ ਸਾਰੀਆਂ ਹੀ ਸਟੇਟਮੈਂਟਸ ਕਰੈਕਟ ਆ। ਸੋ ਦਾ ਆਪਸ਼ਨ ਇਜ਼ ਡੀ। ਨੈਕਸਟ ਆ ਹਾਊਸਿੰਗ ਫਾਈਨਾਂਸ ਕੰਪਨੀਜ਼ ਦੇ ਬਾਰੇ ਆਇਆ ਸੀਗਾ। ਸੋ ਇਹਦੇ ਬਾਰੇ ਕੁਐਸਚਨ ਆਪਾਂ ਪੜ੍ਹ ਲੈਂਦੇ ਹਾਂ। ਸੋ ਹਾਊਸਿੰਗ ਫਾਈਨਾਂਸ ਕੰਪਨੀਜ਼ ਕਾਰਪੋਰੇਟ ਐਂਟੀਟੀਜ਼ ਨੇ ਕੰਪਨੀਜ਼ ਐਕਟ 1956 ਦੇ ਅੰਡਰ। ਸੈਕਿੰਡ ਸਟੇਟਮੈਂਟ ਹੈਗੀ ਕਿ ਇਹਨਾਂ ਨੂੰ ਨੈਸ਼ਨਲ ਹਾਊਸਿੰਗ ਬੈਂਕ ਰੈਗੂਲੇਟ ਕਰਦਾ ਆ। ਤੀਸਰੀ ਸਟੇਟਮੈਂਟ ਹੈਗੀ ਕਿ ਕਰੰਟਲੀ ਇੰਡੀਆ ਦੇ ਵਿੱਚ 97 HFCs ਨੇ। ਐਂਡ ਚੌਥੀ ਸਟੇਟਮੈਂਟ ਹੈਗੀ ਕਿ ਰੀਸੈਂਟਲੀ ਜਿਹੜੇ ਇਹਦੇ ਵਾਸਤੇ ਥ੍ਰੈਸ਼ਹੋਲਡ ਹੈ ਪਬਲਿਕ ਡਿਪੋਜ਼ਿਟਸ ਦੀ ਉਹ 3 ਗੁਣਾ ਤੋਂ ਘਟਾ ਕੇ 1.5 ਗੁਣਾ ਹੀ ਕਰ ਦਿੱਤੀ ਹੈ HFCs ਦੇ ਨੈਟ ਓਨਡ ਫੰਡ ਤੋਂ, ਠੀਕ ਹੈ। ਮਤਲਬ ਕਿ HFCs ਦੇ ਨੈਟ ਓਨਡ ਫੰਡ ਤੋਂ ਅਗਰ 1.5 ਗੁਣਾ ਹੀ ਉਹ ਜਿਹੜਾ ਆ ਪਬਲਿਕ ਡਿਪੋਜ਼ਿਟਸ ਜਿਹੜੇ ਆਪਣੇ ਕੋਲ ਰੱਖ ਸਕਦੇ, ਠੀਕ ਹੈ। ਐਂਡ ਇਹਦੇ ਵਿੱਚ ਜਿਹੜੀ ਸਟੇਟਮੈਂਟ ਨੇ ਸਾਰੀਆਂ ਹੀ ਸਟੇਟਮੈਂਟਸ ਕਰੈਕਟ ਨੇ ਸਿਰਫ ਸੈਕਿੰਡ ਨੂੰ ਛੱਡ ਕੇ, ਕਿਉਂਕਿ ਸੈਕਿੰਡ ਦੇ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਜਿਹੜੀਆਂ ਹਾਊਸਿੰਗ ਫਾਈਨਾਂਸ ਕੰਪਨੀਜ਼ ਨੇ ਇਹਨਾਂ ਨੂੰ ਨੈਸ਼ਨਲ ਹਾਊਸਿੰਗ ਬੈਂਕ ਰੈਗੂਲੇਟ ਕਰਦਾ, ਜੋ ਕਿ ਗਲਤ ਹੈ। ਇਹਨਾਂ ਨੂੰ RBI ਹੀ ਰੈਗੂਲੇਟ ਕਰਦਾ ਆ, ਠੀਕ ਹੈ। ਸੋ ਆਪਸ਼ਨ 1, 3 ਤੇ 4 ਹੀ ਕਰੈਕਟ ਨੇ। ਸੋ ਦਾ ਕਰੈਕਟ ਆਂਸਰ ਇਜ਼ ਆਪਸ਼ਨ A। Next, recently which institute has been declared the best education institute? So 6th time consecutively 9th edition ਜਿਹੜੀ ਮਤਲਬ ਹਰ ਸਾਲ ਹੀ ਤੁਸੀਂ ਦੇਖੋ ਪਿਛਲੇ ਕੁਝ ਸਾਲਾਂ ਤੋਂ ਜਿਹੜੀ NIRF ਰੈਂਕਿੰਗ ਆ ਮਿਨਿਸਟਰੀ ਆਫ ਐਜੂਕੇਸ਼ਨ ਇਹਨੂੰ ਰਿਲੀਜ਼ ਕਰਦੀ ਹੈ, ਵੀ ਯਾਦ ਰੱਖਿਓ, ਠੀਕ ਹੈ। ਇਹਦੇ ਵਿੱਚ IIT ਮਦਰਾਸ ਪਿਛਲੇ 5 ਸਾਲਾਂ ਤੋਂ ਲਗਾਤਾਰ ਜਿਹੜਾ ਹੁਣ 6ਵੀਂ ਵਾਰੀ ਐਰਕਾ ਨੇ ਜਿਹੜਾ ਫਰਸਟ ਰੈਂਕ ਹਾਸਿਲ ਕੀਤਾ ਹੈ, ਠੀਕ ਹੈ। ਨੈਕਸਟ ਆ ਤੁੰਗਭਦਰਾ ਡੈਮ ਇਜ਼ ਲੋਕੇਟਡ ਔਨ ਇਨ ਵਿਚ ਸਟੇਟ। ਸੋ ਤੁੰਗਭਦਰਾ ਡੈਮ ਜਿਹੜਾ ਆ ਇਹ ਕਰਨਾਟਕਾ ਦੇ ਵਿੱਚ ਲੋਕੇਟਡ ਹੈ। ਤੁੰਗਭਦਰਾ ਰਿਵਰ ਦੇ ਉੱਤੇ ਹੀ ਲੋਕੇਟਡ ਆ ਜਿਹੜੀ ਕਿ ਕ੍ਰਿਸ਼ਨਾ ਰਿਵਰ ਦੀ ਟ੍ਰਿਬਿਊਟਰੀ ਆ, ਠੀਕ ਹੈ। ਮੇਜਰ ਟ੍ਰਿਬਿਊਟਰੀ ਹੈ ਕ੍ਰਿਸ਼ਨਾ ਰਿਵਰ ਦੀ ਤੁੰਗਭਦਰਾ। ਨੈਕਸਟ ਆ ਸੋ ਇੰਡੀਆ ਦਾ ਫਸਟ ਐਵਰ ਗਲੋਬਲ ਵੂਮੈਨਸ ਕਬੱਡੀ ਲੀਗ ਜਿਹੜਾ ਆ ਇਹ ਹਰਿਆਣਾ ਸਟਾਰਟ ਕਰਨ ਜਾ ਰਿਹਾ ਆ। ਥਰਡ ਆ ਮਦਰ ਆਫ ਇੰਡੀਅਨ ਰੈਵੋਲੂਸ਼ਨ। ਸੋ ਇਹਨਾਂ ਦੀ ਬਰਥ ਐਨਵਰਸਰੀ ਅਬਜ਼ਰਵ ਕੀਤੀ ਗਈ ਸੀ ਮੈਡਮ ਬਿੱਕਾ ਜੀ ਕਾਮਾ, ਜਿਨ੍ਹਾਂ ਨੇ ਇੰਡੀਅਨ ਫਲੈਗ ਜਿਹੜਾ ਸਟਟਗਰਟ ਜਰਮਨੀ ਦੇ ਵਿੱਚ ਫਸਟ ਟਾਈਮ ਅਨਫੋਰਮ ਕੀਤਾ ਸੀਗਾ। ਨੈਕਸਟ ਆ ਜੀਓ ਪਾਰਸੀ ਸਕੀਮ 2013-14 ਦੇ ਵਿੱਚ ਆਈ ਸੀਗੀ। ਇਹ ਮਿਨਿਸਟਰੀ ਆਫ ਮਾਈਨੋਰਿਟੀ ਅਫੇਅਰਸ ਵੱਲੋਂ ਲਾਂਚ ਕੀਤੀ ਗਈ ਸੀਗੀ। ਐਂਡ ਇਹਦੇ ਵਿੱਚ ਮੇਨ ਸੀਗਾ ਕਿ ਜਿਹੜੇ ਪਾਰਸੀਜ਼ ਨੇ, ਪਾਰਸੀ ਕਮਿਊਨਿਟੀ ਨੂੰ ਮਤਲਬ ਉਦੋਂ ਪੋਪੂਲੇਸ਼ਨ ਇਹਦੀ ਕਾਫੀ ਡਵਿੰਡਲਿੰਗ ਸਟੇਜ ਤੇ ਸੀਗੀ ਉਸ ਟਾਈਮ ਦੇ ਉੱਤੇ ਜਦੋਂ ਇਹ ਸਕੀਮ ਜਿਹੜੀ ਆ ਲਾਂਚ ਕੀਤੀ ਗਈ ਸੀ। ਸੈਂਟਰਲ ਸੈਕਟਰ ਸਕੀਮ ਹੈ, ਮੀਨਸ ਇਹਦੇ ਵਿੱਚ 100% ਫੰਡਿੰਗ ਸੈਂਟਰਲ ਗਵਰਨਮੈਂਟ ਦੀ ਹੈ। ਨੈਕਸਟ ਹੈ ਲੌਂਗ ਰੇਂਜ ਗਲਾਈਡ ਬੌਂਬ। ਸੋ ਇਹ ਰੀਸੈਂਟਲੀ ਡਿਜ਼ਾਈਨ ਤੇ ਡਿਵੈਲਪ ਕੀਤਾ ਗਿਆ ਇੰਡੀਜੀਨਸਲੀ। ਸੋ ਰਿਸਰਚ ਸੈਂਟਰ ਇਮਾਰਤ ਹੈਦਰਾਬਾਦ ਵੱਲੋਂ ਤੇ DRDO ਨੇ ਇਹਨੂੰ ਟੈਸਟ ਕੀਤਾ ਆ। ਸੋ ਇਹਦਾ ਨਾਮ ਹੈਗਾ ਆ ਗੌਰਵ, ਠੀਕ ਹੈ ਜੀ। ਨੈਕਸਟ ਆ ਸਮਟਾਈਮ ਇਨ ਨਿਊਜ਼ G4 ਨੇਸ਼ਨਸ। ਸੋ G4 ਨੇਸ਼ਨਸ ਜਿਹੜੀਆਂ ਲਾਈਕ ਮਾਈਂਡਡ ਨੇਸ਼ਨਸ ਨੇ ਜਿਹੜੀਆਂ ਕਿ ਜਿੱਦਾਂ ਐਗਰੀਕਲਚਰ ਸਬਸਿਡੀਜ਼ ਵਗੈਰਾ ਤੇ ਜੋ ਵੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ 'ਚ ਇਸ਼ੂ ਚੱਲਦੇ ਨੇ, ਸੋ ਸਭ ਦਾ ਇੱਕੋ ਹੀ ਜਿਹੜਾ ਆ ਮੇਨ ਕੀ ਉਹਨੂੰ ਕਹਿੰਦੇ ਹੁੰਦਾ ਆ ਇੱਕੋ ਹੀ ਵਿਊ ਪੁਆਇੰਟ ਹੁੰਦਾ ਆ। ਸੋ ਇਹਦੇ ਵਿੱਚ ਆਉਂਦਾ ਹੈ ਜਾਪਾਨ, ਬ੍ਰਾਜ਼ੀਲ, ਇੰਡੀਆ ਤੇ ਜਰਮਨੀ, ਠੀਕ ਹੈ। ਜਾਪਾਨ, ਬ੍ਰਾਜ਼ੀਲ, ਇੰਡੀਆ ਤੇ ਜਰਮਨੀ, ਯਾਨੀ ਕਿ ਆਪਸ਼ਨ ਆਪਣੀ ਆਏਗੀ 1, 2, 5 ਤੇ 6। ਸੋ ਇਹਦੇ ਵਿੱਚ ਕੀ ਉਹਨੂੰ ਕਹਿੰਦੇ ਆ ਆਪਸ਼ਨ ਤੁਹਾਡੀ, ਹਾਂ ਇਹਦੇ ਵਿੱਚ ਉਹਨਾਂ ਨੇ ਲਿਖਿਆ ਡਜ਼ ਨਾਟ ਇਨਕਲੂਡ। ਮੈਂ ਵੀ ਕਹਾਂ ਆਪਸ਼ਨ ਤੇ ਬੰਦ ਨਹੀਂ ਪਈ। ਸੋ ਡਜ਼ ਨਾਟ ਇਨਕਲੂਡ ਦੇ ਵਿੱਚ 3 ਤੇ 4 ਨਹੀਂ ਆਊਗੀ। ਸੋ ਦਾ ਆਪਸ਼ਨ ਇਜ਼ B, ਠੀਕ ਹੈ। ਨੈਕਸਟ ਆ ਵਿਚ ਕੰਟਰੀਜ਼ ਪਾਰਲੀਮੈਂਟ ਹੈਜ਼ ਇਲੈਕਟਡ ਪੈਟਨਗਾਨ ਸ਼ਿਨਾਵਾਤਰਾ ਐਜ਼ देयर ਯੰਗੈਸਟ ਪ੍ਰਾਈਮ ਮਿਨਿਸਟਰ। ਸੋ ਇਹ ਥਾਈਲੈਂਡ ਨੇ ਜਿਹੜਾ ਇਹਨਾਂ ਨੂੰ ਇਲੈਕਟ ਕੀਤਾ ਆ।
ਨੈਕਸਟ ਆ ਸੋ 70th ਨੈਸ਼ਨਲ ਫਿਲਮ ਅਵਾਰਡਸ ਦਿੱਤੇ ਗਏ ਨੇ 2024 ਦੇ ਵਿੱਚ। ਸੋ ਇਹਦੇ ਬਾਰੇ ਕੁਐਸਚਨ ਆ। ਸੋ ਸਿਨੇਮਾ ਦੇ ਬਾਰੇ ਵੀ ਸਾਰਾ ਕੁਝ ਤੁਹਾਡਾ ਜਿਹੜਾ ਕਵਰ ਹੋਊਗਾ। ਸੋ ਮਲਿਆਲਮ ਫਿਲਮ ਆਤਮ ਜਿਹੜੀ ਉਹਨੂੰ ਬੈਸਟ ਫੀਚਰ ਫਿਲਮ ਦਾ ਅਵਾਰਡ ਮਿਲਿਆ ਆ। ਰਿਸ਼ਭ ਸ਼ੈਟੀ ਨੂੰ ਬੈਸਟ ਐਕਟਰ ਦਾ ਕੰਤਾਰਾ ਮੂਵੀ ਲਈ। ਨਰਗਿਸ ਜਿਹੜੀ ਸੀਗੀ ਉਹ ਫਰਸਟ ਐਕਟਰ ਸੀਗੇ ਜਿਨ੍ਹਾਂ ਨੇ ਬੈਸਟ ਐਕਟਰਸ ਦਾ ਅਵਾਰਡ ਮਿਲਿਆ ਸੀਗਾ ਇਹਨਾਂ ਅਵਾਰਡਸ ਦੇ ਵਿੱਚ ਰਾਤ ਔਰ ਦਿਨ ਉਹਨਾਂ ਦੀ ਮੂਵੀ ਵਾਸਤੇ। ਤੇ ਉੱਤਮ ਕੁਮਾਰ ਨੂੰ ਬੈਸਟ ਐਕਟਰ ਅਵਾਰਡ ਦਾ ਮਿਲਿਆ ਸੀਗਾ ਅਵਾਰਡ ਉਸ ਟਾਈਮ ਦੇ ਉੱਤੇ ਐਂਥਨੀ ਫਰੰਗੀ ਤੇ ਚਿੜੀਆਖਾਨਾ ਉਹਨਾਂ ਦੀ ਮੂਵੀ ਵਾਸਤੇ ਸੇਮ ਈਅਰ ਦੇ ਵਿੱਚ। ਠੀਕ ਹੈ ਜੀ। ਸੋ ਸਾਰੀਆਂ ਹੀ ਸਟੇਟਮੈਂਟਸ ਜਿਹੜੀਆਂ ਕਰੈਕਟ ਨੇ ਤਾਂ ਆਪਸ਼ਨ ਇਜ਼ ਡੀ। ਸੋ ਨੈਕਸਟ ਹੈਗਾ ਰੀਸੈਂਟਲੀ ਵਿਚ ਕੰਟਰੀ ਇੰਟਰੋਡਿਊਸਡ ਹੋਲੋਗ੍ਰਾਫਿਕ ਟੈਕਨੋਲੋਜੀ ਨਿਊ ਬੈਂਕ ਨੋਟਸ ਟੂ ਪ੍ਰੀਵੈਂਟ ਕਾਊਂਟਰਫੀਟਿੰਗ। ਸੋ ਇਹ ਜਾਪਾਨ ਨੇ ਜਿਹੜਾ ਹੈ ਰੀਸੈਂਟਲੀ ਲਾਂਚ ਕੀਤੀ ਸੀਗੀ। ਠੀਕ ਹੈ, ਹੋਲੋਗ੍ਰਾਫਿਕ ਟੈਕਨੋਲੋਜੀ ਤਾਂ ਕਿ ਕਾਊਂਟਰਫੀਟਿੰਗ ਤੋਂ ਬਚਿਆ ਜਾ ਸਕੇ ਬੈਂਕ ਨੋਟਸ ਦੀ। ਨੈਕਸਟ ਹੈ ਰੀਸੈਂਟਲੀ ਨਿਊਜ਼ ਵਟ ਇਜ਼ ਸਲੋ ਬਲਾਈਂਡ। ਸੋ ਸਨੋ ਬਲਾਈਂਡ ਜਿਹੜਾ ਇੱਕ ਤਰ੍ਹਾਂ ਦਾ ਮਾਲਵੇਅਰ ਹੈ। ਸੋ ਇਟ ਵਾਜ਼ ਆਲ। ਸੋ ਇਹਦੇ ਜਿਹੜੇ ਸੋਲਿਊਸ਼ਨਸ ਮੈਂ ਤੁਹਾਨੂੰ ਦੱਸ ਦਿੱਤੇ ਆ। ਠੀਕ ਹੈ, ਸੋ ਇੱਕ ਵਾਰੀ ਫੇਰ ਤੁਸੀਂ ਟਰਾਈ ਕਰਿਓ ਐਂਡ ਜਿੰਨੇ ਵੀ ਮੈਂ ਤੁਹਾਨੂੰ ਮੌਕ ਟੈਸਟ ਦਊਂਗੀ 9 ਦੇ 9 ਤੁਸੀਂ ਪੇਪਰ ਤੋਂ ਪਹਿਲਾਂ ਜਿਹੜਾ ਆ 10 ਦਊਂਗੀ ਟੋਟਲ। ਇੱਕ ਪੋਲਿਟੀ ਇਸ਼ੂਜ਼ ਦੇ ਉੱਤੇ ਵੀ ਮੈਂ ਬਣਾਇਆ ਸੀਗਾ। ਠੀਕ ਹੈ ਜੀ। ਸੋ ਕਾਫੀ ਇੰਪੋਰਟੈਂਟ ਪੋਲਿਟੀ ਦੇ ਕੁਐਸਚਨ ਜਿਹੜੇ ਆਉਂਦੇ ਰਹਿੰਦੇ ਆ ਪੇਪਰਾਂ ਦੇ ਵਿੱਚ। ਸੋ ਸਾਰੇ ਦੇ ਸਾਰੇ ਮੈਂ ਜਿਹੜਾ ਆਲਟਰਨੇਟਿਵ ਡੇਜ਼ ਦੇ ਉੱਤੇ ਪੋਸਟ ਕਰੂੰਗੀ ਟੈਲੀਗ੍ਰਾਮ ਦੇ ਵਿੱਚ ਤੇ ਤੁਸੀਂ ਉਹਦੇ YouTube ਤੋਂ ਸੋਲਿਊਸ਼ਨਸ ਜਿਹੜੇ ਦੇਖ ਸਕਦੇ ਹੋ। ਸੋ ਦੈਟ ਵਾਜ਼ ਆਲ ਫॉर ਟੂਡੇ। ਥੈਂਕ ਯੂ।